किसान संसद का असर जिहड़ा है ये काफ़ी होवेगा। हालांकि केंद्रीय खेतीबाड़ी मंत्री ने कह दिता सी कि ये संसद तो इक्को ही हुंदी है, ठीक है इक्को ही हुंदी है, पर इस तरह दुनिया भर दे विच विरोधी पार्टियां जिहड़ियां ने शैडो कैबिनेट भी बनाउंदियां। जे मीडिया इस वेले ईमानदारी नाल अपणियां सेवावां दिंदा है, जिहड़ा कि लफ्ज़ उन्हां लई वरतिया जांदा है उहनूं छड्ड के माड़ा जिहा होर पासे नूं हुंदे ने, ते जरूर ही इसदा कुछ ना कुछ चंगा रिजल्ट जिहड़ा निकल के सामने आ सकता। हर साल झंडे चाढ़ते ने लीडर, ते इस बारी किसानां नूं दे दिओ तां असीं भी देश दे रहण वाले नागरिक हां, सानूं भी हक है झंडे चाढ़न दा। 15 अगस्त नूं झंडे असीं जिੱਥੇ लहराउणे ने सानूं दस्सो। दिल्ली दे बार्डरां ते किसान बैठे होए सी मोर्चा ला के, ते कांग्रेस पार्टी दे MP ਜਿਹੜੇ ਸੀ ਪੰਜਾਬ ਦੇ ਯੰਤਰ ਮੰਤਰ ਤੇ ਜਾ ਕੇ ਬਹਿ ਗਏ ਸੀ, ਉੱਥੇ ਬੈਠੇ ਰਹੇ ਕਈ ਦਿਨ, ਤੇ ਕਦੋਂ ਮੋਰਚਾ ਚੁੱਕ ਦਿੱਤਾ ਗਿਆ, ਖਤਮ ਕਰ ਦਿੱਤਾ ਗਿਆ, ਕਿਸੇ ਨੂੰ ਕੰਨੋਂ ਕੰਨੀ ਖਬਰ ਵੀ ਨਹੀਂ ਹੋਈ। ਭਾਵੇਂ ਕਿ ਇਸ ਤੇ ਮੋਹਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੇ ਸਹਿਯੋਗੀਆਂ ਨੇ ਲਾਈ ਹੈ ਇਹਨਾਂ ਕਾਲੇ ਕਾਨੂੰਨਾਂ ਤੇ ਸ਼ੁਰੂਆਤ ਤੇ ਡਾਕਟਰ ਮਨਮੋਹਨ ਸਿੰਘ ਨੇ ਕੀਤੀ ਸੀ, ਉਸ ਬਾਰੇ ਕੋਈ ਖਾਸ ਜਵਾਬ ਨਹੀਂ ਹੈ ਕਾਂਗਰਸ ਦੇ ਕੋਲ। ਕਿਸਾਨਾਂ ਦੀ ਹਾਲਤ ਦੇ ਵਿੱਚ ਸੁਧਾਰ ਕਿਉਂ ਨਹੀਂ ਹੋ ਸਕਿਆ? ਮੋਦੀ ਸਾਹਿਬ ਨੇ ਤਾਂ ਇਹੋ ਹੀ ਆਖਿਆ ਸੀ ਨਾ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ। 22 ਤੇ ਸਿਰ ਤੇ ਆਣ ਖਲੋਤਾ ਹੈ, ਦੁੱਗਣੀ ਛੱਡ ਕੇ ਜਿਹੜੇ ਉਹਨਾਂ ਦੀ ਜਿਹੜੀ ਬਚਦੀ ਖੁਚਦੀ ਆਮਦਨ ਸੀ ਮੈਨੂੰ ਲੱਗਦਾ ਉਹ ਵੀ ਚੌਥਾ ਹਿੱਸਾ ਰਹਿ ਜਾਵੇਗੀ। ਜੋ ਹਾਲਾਤ ਬਣੇ ਪਏ ਨੇ, ਦੋ ਪਹਿਲੂ ਨੇ, ਸਰਕਾਰ ਨੇ ਇਸ ਤੇ ਕੋਈ ਬਹੁਤੀ ਗੱਲ ਕਰਨੀ ਵਾਜਬ ਨਹੀਂ ਸਮਝੀ। ਬਿਜਲੀ ਸੋਧ ਬਿੱਲ ਬੇਸਿਕਲੀ ਜਿਵੇਂ ਖੇਤੀ ਕਾਨੂੰਨ ਬਿੱਲ ਲਿਆਂਦੇ ਗਏ ਨਾ, ਕੌੜੀ ਗੋਲੀ ਕਿਸੇ ਨੂੰ ਰਸਗੁੱਲੇ ਦੇ ਵਿੱਚ ਪਾ ਕੇ ਦੇਣੀ ਹੋਵੇ, ਇਸ ਤਰ੍ਹਾਂ ਖੇਤੀ ਕਾਨੂੰਨਾਂ ਨੂੰ ਦੱਸਿਆ ਕਿਸਾਨਾਂ ਨੇ, ਮਾਹਿਰਾਂ ਨੇ ਵੀ ਦੱਸਿਆ ਕਿ ਹੌਲੀ ਹੌਲੀ ਇਹ ਸਭ ਕੁਝ ਹਥਿਆਉਣ ਦਾ ਯਤਨ ਹੈ ਤੇ ਕਾਰਪੋਰੇਟ ਦੀ ਝੋਲੀ ਵਿੱਚ ਪਾਉਣ ਦਾ ਕੰਮ ਹੈ। ਬਿਜਲੀ ਸੋਧ ਕਾਨੂੰਨ ਆ ਰਹੇ ਨੇ, ਇਹਨਾਂ ਨੂੰ ਕੀ ਓਪੋਜੀਸ਼ਨ ਰੋਕ ਸਕਦੀ ਹੈ? ਰੋਕਣ ਦਾ ਦਮ ਉਹਨਾਂ ਵਿੱਚ ਹੈ ਜਾਂ ਨਹੀਂ ਹੈ? ਤੇ ਲੋਕਾਂ ਨੂੰ ਕੀ ਮਿਲੇਗਾ? 2-3 ਸਾਲ ਤਾਂ ਸੁੱਖ ਦਾ ਸਾਹ ਆ ਸਕਦਾ ਹੈ, ਪਰ ਇਨ ਦਾ ਲੌਂਗ ਰਨ ਸਾਨੂੰ ਬੇਸਿਕਲੀ ਉਹੀ ਕੰਮ ਹੋਣਾ ਹੈ ਜੋ ਟੈਲੀਕਮਿਊਨੀਕੇਸ਼ਨ ਦੇ ਵਿੱਚ ਹੋਇਆ ਤੇ ਹੋ ਰਿਹਾ। ਇੱਕ ਛੋਟਾ ਜਿਹਾ ਲਤੀਫਾ ਮੈਨੂੰ ਯਾਦ ਆਉਂਦਾ ਹੈ, ਬਾਬਾ ਰਾਮਦੇਵ ਵੀ ਕਰ ਬੈਠਾ ਸੀ ਵਾਅਦਾ ਕਿ 15-15 ਲੱਖ ਦੇਖੋ ਜਦੋਂ ਖਾਤਿਆਂ 'ਚ ਤੇ ਫਿਰ ਹੋਵੇਗਾ ਕੀ? ਉਹ 15 ਲੱਖ ਵਾਲੀ ਕੈਲਕੂਲੇਸ਼ਨ ਅਮਿਤ ਸ਼ਾਹ ਨੇ ਫਿਰ ਮੁਕਾ ਦਿੱਤੀ। ਉਹ ਤੇ ਚੋਣ ਜੁਮਲਾ ਸੀ, ਇਹਨੂੰ ਇੰਨਾ ਸੀਰੀਅਸ ਨਾ ਲਿਆ ਕਰੋ, ਚੋਣ ਜੁਮਲਾ ਸੀ ਉਹ। 15 ਲੱਖ ਵਾਲੀ ਗੱਲ ਥੋੜ੍ਹੀ ਇਸ ਤਰ੍ਹਾਂ ਥੋੜ੍ਹਾ ਹੁੰਦਾ, 15 ਲੱਖ ਥੋੜ੍ਹਾ ਆ ਜਾਂਦਾ। ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ 'ਚ ਗੱਲਾਂ ਬਾਤਾਂ ਹੋਣਗੀਆਂ ਕਿਸਾਨ ਸੰਸਦ ਵਿੱਚ ਬੀਬੀਆਂ ਨੇ ਕੀ ਕੁਝ ਕੀਤਾ ਕੱਲ, ਰਾਹੁਲ ਗਾਂਧੀ ਦੇ ਟਰੈਕਟਰ ਤੇ ਭਾਜਪਾ ਨੇ ਕੀ ਆਖਿਆ, ਕਿਸਾਨ ਮੋਰਚਾ ਅਗਲੀ ਰਣਨੀਤੀ ਕੀ ਉਲੀਕ ਰਿਹਾ ਹੈ। ਇਸ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨ ਦੇ ਨਾਲ। ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਅੱਜ ਕੁਲਦੀਪ ਸਿੰਘ ਹੀਰ ਜੀ। ਹੀਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਸਤਿ ਸ਼੍ਰੀ ਅਕਾਲ ਪਰਮਿੰਦਰ ਜੀ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿਸਾਨ ਸੰਸਦ ਤੋਂ ਹੀ। ਕੱਲ੍ਹ ਦਾ ਦਿਨ ਜਿਹੜਾ ਸੀ ਕਿਸਾਨ ਬੀਬੀਆਂ ਦੇ ਹਵਾਲੇ ਸੀ ਸਾਰਾ ਮੋਰਚਾ, ਉਹਦੇ 'ਚ ਕਿਸਾਨ ਬੀਬੀਆਂ ਨੇ ਕੀ ਕੁਝ ਕੀਤਾ? ਸੰਸਦ ਜਿਹੜੀ ਸੀ, ਕਿਸਾਨ ਸੰਸਦ ਜਿਹੜੀ ਜੰਤਰ ਮੰਤਰ ਤੇ ਲੱਗਦੀ ਹੈ ਜੀ, ਉਹ ਬੀਬੀਆਂ ਦੇ ਹਵਾਲੇ ਸੀ ਜੀ। ਬੀਬੀਆਂ ਦਾ ਯੋਗਦਾਨ ਪਹਿਲੇ ਦਿਨ ਤੋਂ ਇਸ ਅੰਦੋਲਨ ਦੇ ਵਿੱਚ ਬਹੁਤ ਰਿਹਾ ਜੀ। ਜਦੋਂ ਪਤਾ ਲੱਗ ਗਿਆ ਕਿ ਲੜਾਈ ਛੇਤੀ ਮੁੱਕਣ ਵਾਲੀ ਨਹੀਂ ਤੇ ਪੱਕੇ ਡੇਰੇ ਸਿੰਘੂ ਮੋਰਚੇ ਤੇ ਲਾ ਲੈ ਤੇ ਸਰਕਾਰ ਨੂੰ ਹਿਲਾਉਣਾ ਪੈਣਾ ਤੇ ਹਰ ਵਰਗ ਦੀ ਸ਼ਮੂਲੀਅਤ ਇਸ ਦੇ ਵਿੱਚ ਬਹੁਤ ਜ਼ਰੂਰੀ ਸੀ ਜੀ। ਇਸ ਗੱਲ ਨੂੰ ਯਕੀਨੀ ਇਸੇ ਤਰੀਕੇ ਨਾਲ ਬਣਾਇਆ ਜਾ ਸਕਦਾ ਸੀ ਕਿ ਮਰਦਾਂ ਦੇ ਨਾਲ ਔਰਤਾਂ ਵੀ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੀਆਂ ਜੀ। ਬਹੁਤ ਘੱਟ ਪਰਿਵਾਰਾਂ ਦੇ ਵਿੱਚ ਇਹੋ ਜਿਹਾ ਹੁੰਦਾ ਹੈ ਕਿ ਮਰਦ ਕਿਸਾਨ ਖੇਤੀ ਕਰਦਾ ਹੋਵੇ ਤੇ ਬੀਬੀਆਂ ਉਸ ਦੇ ਵਿੱਚ ਸ਼ਾਮਲ ਨਾ ਹੋਣ। ਜੇ ਤਾਂ ਕੋਈ ਨੌਕਰੀ ਵਗੈਰਾ ਕਰਦੀਆਂ ਨੇ ਜਾਂ ਕੋਈ ਹੋਰ ਗੱਲ ਹੈ ਜਾਂ ਹੋਰ ਕੋਈ ਆਪਣਾ ਉਹਨਾਂ ਦਾ ਕੋਈ ਕਾਰੋਬਾਰ ਹੈ ਜੀ, ਫਿਰ ਤਾਂ ਬਿਲਕੁਲ ਅਲੱਗ ਗੱਲ ਹੈ ਜੀ। ਜੇ ਉਹ ਖੇਤੀਬਾੜੀ ਦੇ ਵਿੱਚ ਹੀ ਸ਼ਾਮਲ ਨੇ, ਜਿਸ ਪਰਿਵਾਰ ਦੇ ਵਿੱਚ ਖੇਤੀ ਹੁੰਦੀ ਹੋਵੇ ਉਸ ਘਰ ਦੀਆਂ ਬੀਬੀਆਂ ਨੂੰ, ਔਰਤਾਂ ਨੂੰ ਸਭ ਪਤਾ ਹੁੰਦਾ ਹੈ, ਮਹਿਲਾਵਾਂ ਨੂੰ ਜੀ, ਕਿ ਇੱਥੇ ਕੀ ਹੋ ਰਿਹਾ, ਕਿਹੜੀ ਫਸਲ ਕਿਵੇਂ ਆਉਂਦੀ ਹੈ, ਉਸ ਵਿੱਚੋਂ ਸਾਨੂੰ ਕੀ ਬਚਿਆ। ਔਰਤ ਨੇ ਆਪਣੇ ਘਰ ਨੂੰ ਚਲਾਉਣਾ ਹੁੰਦਾ ਹੈ, ਰੀਝਾਂ ਪੂਰੀਆਂ ਕਰਨੀਆਂ ਹੁੰਦੀਆਂ ਨੇ, ਬੱਚਿਆਂ ਵੱਲ ਵੀ ਦੇਖਣਾ ਹੁੰਦਾ, ਤੇ ਔਰਤ ਤੋਂ ਬਿਨਾਂ ਤੇ ਖੇਤੀ ਸੰਭਵ ਹੀ ਨਹੀਂ ਜੀ। ਉਹ ਤਾਂ ਫਿਰ ਉਹੀ ਗੱਲ ਹੋ ਗਈ, ਵੱਡੀਆਂ ਵੱਡੀਆਂ ਕੰਪਨੀਆਂ ਵਾਲੀ ਗੱਲ ਹੈ ਕਿ ਉੱਥੇ ਫਿਰ ਇੰਪਲੋਈ ਹੋਣਗੇ ਸਾਰੇ, ਇੰਪਲੋਈ ਨਹੀਂ। ਘਰ ਦੀ ਸੁਆਣੀ ਦਾ ਹੀ ਕੰਮ ਹੈ ਕਿ ਉਹ ਖੇਤੀ ਨੂੰ ਇਸ ਤਰ੍ਹਾਂ ਘਰ ਨੂੰ ਸੰਭਾਲੇ ਕਿ ਉਸ ਦਾ ਘਰ ਦਾ ਮਰਦ ਜਿਹੜਾ ਹੈ ਉਹ ਗਾਂਹ ਵੱਧ ਕੇ ਖੇਤਾਂ 'ਚ ਕੰਮ ਕਰੇ ਤੇ ਔਰਤ ਉਸ ਨੂੰ ਸਹਿਯੋਗ ਕਰੇ ਜੀ। ਹੁਣ ਕਿਸਾਨ ਸੰਸਦ ਸ਼ੁਰੂ ਹੋਈ ਹੈ, ਕੁਝ ਕੁ ਦਿਨ ਹੋਏ ਨੇ
ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਕਿਸਾਨ ਆਗੂਆਂ ਵੱਲੋਂ ਬਹੁਤ ਸੋਹਣਾ ਇਹ ਫੈਸਲਾ ਲਿਆ ਗਿਆ ਕਿ ਕਿਉਂ ਨਾ ਜਿਹੜੀ ਜੰਤਰ ਮੰਤਰ ਤੇ ਸੰਸਦ ਲੱਗਦੀ ਹੈ ਜੀ ਇੱਕ ਦਿਨ ਪੂਰਾ ਜਿਹੜਾ ਬੀਬੀਆਂ ਨੂੰ ਦਿੱਤਾ ਜਾਵੇ। ਜੀ ਸੁਭਾਸ਼ਨੀ ਅਲੀ ਨੂੰ ਸਪੀਕਰ ਬਣਾ ਕੇ ਤੇ ਨਾਲ ਕੁਝ ਖੇਤੀ ਮੰਤਰੀ ਡਿਪਟੀ ਸਪੀਕਰ ਦੇ 2 ਅਹੁਦੇ ਦਿੱਤੇ ਗਏ, ਉਹ ਵੀ ਬੀਬੀਆਂ ਨੂੰ ਬਣਾਏ ਗਏ। ਜੀ 3 ਸੈਸ਼ਨ ਸਾਰੇ ਦਿਨ ਦੇ ਵਿੱਚ ਹੋਏ। ਜੀ ਯੂਪੀ, ਹਰਿਆਣਾ ਤੇ ਪੰਜਾਬ ਜੀ ਤੇ ਹੋਰ ਆਸੇ-ਪਾਸੇ 200 ਤੋਂ ਵੱਧ ਮਹਿਲਾਵਾਂ ਇੱਥੇ ਪਹੁੰਚੀਆਂ ਤੇ ਸੰਸਦ ਸਾਰਾ ਦਿਨ ਉਹਨਾਂ ਨੇ ਕਾਰਵਾਈ ਚਲਾਈ, ਖੂਬ ਚਲਾਈ ਹੈ। ਜੀ ਵਿਜ਼ਿਟਰ ਗੈਲਰੀ ਵੀ ਜਿਵੇਂ ਪਾਰਲੀਮੈਂਟ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਹੁੰਦੀਆਂ, ਜੀ ਵਿਜ਼ਿਟਰ ਜਾ ਕੇ ਬੈਠਦੇ ਨੇ, ਤੁਸੀਂ ਕਾਰਵਾਈ ਦੇਖ ਸਕਦੇ ਹੋ ਜੇ ਅਗਰ ਤੁਹਾਨੂੰ ਇਜਾਜ਼ਤ ਮਿਲਦੀ ਹੈ ਤਾਂ। ਜੀ ਉਸੇ ਤਰ੍ਹਾਂ ਇੱਥੇ ਵੀ ਬਣਾਈ ਗਈ ਤੇ ਵਿਜ਼ਿਟਰ ਗੈਲਰੀ ਦੇ ਵਿੱਚ ਸਾਡੇ ਕਿਸਾਨ ਆਗੂ ਰਾਜੇਵਾਲ ਸਾਹਿਬ ਤੇ ਹੋਰ ਆਗੂ ਜਿਹੜੇ ਸੀ ਬੈਠੇ ਹੋਏ ਸੀ, ਉਹ ਦੇਖ ਰਹੇ ਸੀ ਕਿ ਕੀ ਹੋ ਰਿਹਾ, ਪਰ ਉਹ ਬੋਲੇ ਨਹੀਂ ਸਾਰਾ ਦਿਨ ਉੱਥੇ। ਸਾਰੀ ਦੀ ਸਾਰੀ ਕਮਾਨ ਬੀਬੀਆਂ ਦੇ ਹੱਥ ਹੀ ਰਹੀ। ਜੀ ਉਹਨਾਂ ਨੇ ਜਿਹੜੇ ਵੱਖਰੇ ਵੱਖਰੇ ਤਰੀਕੇ ਨਾਲ ਜਿਹੜੀਆਂ ਗੱਲਾਂ ਕੀਤੀਆਂ, ਇੱਕ ਤਾਂ ਜ਼ਿਆਦਾ ਧਿਆਨ ਜਿਹੜਾ ਕੇਂਦਰਿਤ ਸੀ ਉਹ ਜਿਹੜਾ ਇੱਕ ਕੁਝ ਜ਼ਰੂਰੀ ਵਸਤਾਂ ਦੀ ਜਿਹੜੀ ਕੀਮਤ ਹੈ ਉਸਦੇ ਕੀਤਾ ਗਿਆ, MSP ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ। ਜੀ ਗੋਲਪਨਾਗ ਨੇ ਇਹ ਕਿਹਾ ਕਿ ਮੈਂ ਜਿੰਨੇ ਕੁ ਕਾਨੂੰਨ ਪਿਛਲੇ ਦੇਖੇ ਨੇ ਜਿਨ੍ਹਾਂ ਦੇ ਅਧੀਨ ਕਿਸਾਨਾਂ ਨੂੰ ਫਸਲਾਂ ਦੀ ਕੀਮਤ ਦਿੱਤੀ ਜਾਂਦੀ ਹੈ, 1955 ਦੇ ਆਸ-ਪਾਸ ਬਣੇ, ਉਹਨਾਂ ਨੇ ਕਿਹਾ ਕਿ ਉਹ ਕਾਨੂੰਨ ਹੀ ਬਹੁਤ ਕਮਜ਼ੋਰ ਨੇ, ਇਸੇ ਕਰਕੇ ਸਰਕਾਰਾਂ ਨੂੰ ਕੋਈ ਤਰੀਕੇ ਨਾਲ ਨੱਥ ਪਾ ਨਹੀਂ ਸਕਿਆ। ਜੀ ਜਿਸ ਤਰੀਕੇ ਨਾਲ ਸਰਕਾਰਾਂ ਨੂੰ ਮਜਬੂਰ ਕੀਤਾ ਜਾ ਸਕੇ ਕਿ ਭਾਈ 1-2 ਫਸਲਾਂ ਦਾ ਤਾਂ ਮੁੱਲ ਤੁਸੀਂ ਦਿੰਦੇ ਹੋ ਤਾਂ ਬਾਕੀਆਂ ਦਾ ਕੌਣ ਦੇਵੇਗਾ। ਜੀ ਉਹ ਵੀ ਸਾਰੇ ਸੂਬਿਆਂ ਵਿੱਚ ਨਹੀਂ 1-2 ਫਸਲਾਂ ਦੇ, ਪੰਜਾਬ ਹੈ, ਹਰਿਆਣਾ ਹੈ, ਯੂਪੀ ਦੇ ਕੁਝ ਹਿੱਸਿਆਂ ਵਿੱਚ ਮਿਲਦਾ ਹੋਵੇਗਾ, ਬਾਕੀ ਜਗ੍ਹਾ ਤੇ ਮਿਲਦਾ ਕੁਝ ਨਹੀਂ। ਜੀ ਹਾਲਾਤ ਇਹ ਨੇ, ਬਿਹਾਰ ਵਰਗੇ, ਉੜੀਸਾ ਵਰਗੇ ਸੂਬਿਆਂ ਦੇ ਕਿਸਾਨ ਬਹੁਤ ਗਰੀਬੀ ਦੀ ਮਾਰ ਹੇਠ ਆਏ ਹੋਏ ਨੇ। ਜੀ ਬੰਗਾਲ ਦੇ ਵਿੱਚ ਵੀ ਇਹੋ ਜਿਹੀ ਸਥਿਤੀ ਦੱਸੀ ਜਾਂਦੀ ਹੈ, ਗੁਜਰਾਤ ਦੇ ਵਿੱਚ ਵੀ ਇਹੋ ਜਿਹੀ ਸਥਿਤੀ ਹੈ। ਕਿਸਾਨਾਂ ਨੂੰ ਫਸਲੀ ਵਿਭਿੰਨਤਾ ਦੇ ਨਾਂ ਤੇ ਹੋਰ ਕਈ ਸਬਜ਼ਬਾਦ ਦਿਖਾ ਕੇ ਵੱਡੀਆਂ ਵੱਡੀਆਂ ਕੰਪਨੀਆਂ ਦਾ ਜਮਾਵੜਾ ਜਿਹੜਾ ਕੀਤਾ ਜਾਂਦਾ ਹੈ, ਜੀ ਫਿਰ ਹੌਲੀ ਹੌਲੀ ਉਹਨਾਂ ਕੋਲ ਸਭ ਕੁਝ ਹਥਿਆ ਲਿਆ ਜਾਂਦਾ ਹੈ। ਜੀ ਇਹਨਾਂ ਸਾਰੀਆਂ ਗੱਲਾਂ ਦੀ ਚਰਚਾ ਬੀਬੀਆਂ ਦੇ ਸੰਸਦ ਦੇ ਵਿੱਚ ਹੋਈ ਜੀ ਔਰ ਉਹਨਾਂ ਨੇ ਉੱਥੇ ਜਿਹੜੇ ਮਤੇ ਪਾਏ ਜਾਂਦੇ ਨੇ ਕੁਛ ਜਾਂ ਕੋਈ ਹੋਰ, ਸਾਰੇ ਬਿਲਕੁਲ ਬਿਨ ਕਾਰਵਾਈ ਚਲਾਉਂਦੇ ਹੋਏ ਲੰਗਰ ਵੀ ਚੱਲਿਆ ਉੱਥੇ। ਜੀ ਔਰ ਪੱਤਰਕਾਰਾਂ ਨੇ ਤਾਂ ਹੋਰਨਾਂ ਲੋਕਾਂ ਨੇ ਉੱਥੇ ਪਹੁੰਚ ਕੇ ਉਹਨਾਂ ਦਾ ਸਹਿਯੋਗ ਵੀ ਕੀਤਾ, ਉਹਨਾਂ ਦੇ ਬਾਈਟਸ ਲਈਆਂ। ਜੀ ਤੇ ਕੁਝ ਕਾਰਕੁਨ ਜਦੋਂ ਪਤਾ ਲੱਗ ਰਿਹਾ ਸੀ ਕਿ ਸੰਸਦ ਜਾ ਰਹੇ ਨੇ, ਉੱਥੇ ਮਹਿਲਾ ਜਿਹੜੀਆਂ ਜਾਣਗੀਆਂ, ਸੰਸਦ ਲੱਗੇਗੀ ਅੱਜ, ਮਹਿਲਾਵਾਂ ਜਾਣਗੀਆਂ, ਜੀ ਤੇ ਦਿੱਲੀ ਦੇ ਕੁਝ ਸਮਾਜਿਕ ਗੁੱਟ ਕਾਰਕੁਨ ਜਿਹੜੇ ਸੀ ਉੱਥੇ ਪਹੁੰਚੇ ਉਹਨਾਂ ਤੋਂ ਪਹਿਲਾਂ ਜੀ ਤੇ ਉਹਨਾਂ ਦਾ ਸਵਾਗਤ ਕਰਨ ਲਈ ਕਿ ਬੀਬੀਆਂ ਦਾ ਸਵਾਗਤ ਕਰਨਾ ਹੈ ਅਸੀਂ, ਜੀ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਥੋੜੀ ਦੂਰ ਲਿਜਾ ਕੇ ਛੱਡ ਦਿੱਤਾ ਜਾਂ ਥੋੜੀ ਦੇਰ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ। ਜੀ ਇਹ ਸਾਰਾ ਕੁਝ ਹੋਇਆ, ਪਰ ਮਹਿਲਾਵਾਂ ਨੇ ਵਾਕਿਆ ਸੰਸਦ ਚਲਾ ਕੇ ਵਿਖਾਈ ਹੈ, ਅੱਜ ਵੀ ਚੱਲ ਰਹੀ ਹੈ। ਪਰ ਅੱਜ ਮਹਿਲਾਵਾਂ ਨਹੀਂ, ਅੱਜ ਆਮ ਕਿਸਾਨ ਉੱਥੇ ਪਹੁੰਚੇ ਹੋਏ ਨੇ, ਜੀ ਬਿਲਕੁਲ ਡਿਊਟੀਆਂ ਲੱਗ ਰਹੀਆਂ ਨੇ। ਕਿਸਾਨ ਸੰਸਦ ਦਾ ਅਸਰ ਜਿਹੜਾ ਹੈ ਇਹ ਕਾਫੀ ਹੋਵੇਗਾ। ਹਾਲਾਂਕਿ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਹਿ ਦਿੱਤਾ ਸੀ ਕਿ ਇਹ ਸੰਸਦ ਤੇ ਇੱਕੋ ਹੀ ਹੁੰਦੀ ਹੈ, ਜੀ ਠੀਕ ਹੈ, ਇੱਕੋ ਹੀ ਹੁੰਦੀ ਹੈ, ਪਰ ਇਸੇ ਤਰ੍ਹਾਂ ਦੁਨੀਆ ਭਰ ਦੇ ਵਿੱਚ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਸ਼ੈਡੋ ਕੈਬਨਿਟ ਵੀ ਬਣਾਉਂਦੀਆਂ ਨੇ। ਜੀ ਉਹਨਾਂ ਦਾ ਵੀ ਕੋਈ ਮਤਲਬ ਹੁੰਦਾ ਹੈ। ਜਿਹੜੇ ਵਿਰੋਧੀ ਖੇਮੇ ਹੁੰਦੇ ਨੇ ਉਹਨਾਂ ਦੀ ਗੱਲ ਸੁਣਨੀ ਵੀ ਹੁੰਦੀ ਹੈ। ਵਿਰੋਧੀ ਪਾਰਟੀ ਦਾ ਆਗੂ ਜਿਹੜਾ ਹੁੰਦਾ, ਮੰਤਰੀ ਦੇ ਬਰਾਬਰ ਦੀਆਂ ਉਹਨੂੰ ਫੈਸਿਲਿਟੀਜ਼ ਜਿਹੜੀਆਂ ਨੇ, ਸਹੂਲਤਾਂ ਦਿੱਤੀਆਂ ਜਾਂਦੀਆਂ ਨੇ। ਜੀ ਇਹਨਾਂ ਦਾ ਲੋਕਤੰਤਰ ਦੇ ਵਿੱਚ ਸਾਰੇ ਗੁੱਟਾਂ ਦਾ, ਵਿਰੋਧੀ ਪਾਰਟੀਆਂ ਦਾ, ਇਹੋ ਜਿਹੇ ਲੋਕਾਂ ਦਾ ਜਿਹੜੇ ਦੇਸ਼ ਦੀ ਰਾਜਧਾਨੀ ਦੇ ਵਿੱਚ ਜਾ ਕੇ ਬੈਠੇ ਹੋਏ ਨੇ, ਉਹਨਾਂ ਦਾ ਵਜ਼ਨ ਤੇ ਹੋਣਾ ਚਾਹੀਦਾ ਕੋਈ, ਜੀ ਉਹਨਾਂ ਨੂੰ ਪੁੱਛਗਿੱਛ ਤੇ ਹੋਣੀ ਚਾਹੀਦੀ ਹੈ। ਬਿਲਕੁਲ ਜੰਤਰ ਮੰਤਰ ਤੋਂ ਗੱਲ ਨਿਕਲਦੀ ਹੈ ਹਮੇਸ਼ਾ। ਜੰਤਰ ਮੰਤਰ ਦੇ ਵਿੱਚੋਂ ਕੁਝ ਅੰਦੋਲਨ ਪਹਿਲਾਂ ਵੀ ਉੱਠੇ ਨੇ, ਜੀ ਪਰ ਇਸ ਵਾਰੀ ਇਸ ਦਾ ਅਸਰ ਕਿੰਨਾ ਕੁ ਡੂੰਘਾ ਹੋਵੇਗਾ। ਜੀ ਸਰਕਾਰ ਨੇ ਉਧਰੋਂ ਤੇ ਸੈਸ਼ਨ ਸ਼ੁਰੂ ਕਰ ਲਿਆ, ਜੀ ਸੈਸ਼ਨ ਤੇ ਸ਼ੁਰੂ ਕਰਨਾ ਹੀ ਪੈਣਾ ਸੀ ਦੇਰ ਸਵੇਰ, ਜੀ ਤੇ ਸੰਸਦ ਦੀ ਕਾਰਵਾਈ ਜਿਹੜੀ ਹੈ ਬੇਸਿਕਲੀ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਨਹੀਂ ਚੱਲ ਰਹੀ, ਉਸ ਵਿੱਚ ਵਾਰ-ਵਾਰ ਰੁਕਾਵਟ ਪੈ ਰਹੀ ਹੈ। ਜੀ ਵਿੱਚ ਓਲੰਪਿਕਸ ਦੀ ਵੀ ਗੱਲ ਆ ਜਾਂਦੀ ਹੈ, ਜਿਹੜੇ ਕਿਤੇ ਕੋਈ ਇਹੋ ਜਿਹੀ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ, ਉਹਨਾਂ ਨੂੰ ਵੀ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਨੇ। ਜੀ ਸਰਕਾਰ ਲਈ ਤੇ ਸ਼ਾਇਦ ਇਹ ਠੀਕ ਹੀ ਹੋ ਰਿਹਾ ਹੋਵੇ। ਜੀ ਮੈਂ ਸਮਝਦਾ ਕਿਸਾਨ ਜਥੇਬੰਦੀਆਂ ਨੇ ਵੀ ਭਾਵੇਂ ਸੱਦਾ ਦੇ ਦਿੱਤਾ ਕਿ ਕਾਰਵਾਈ ਨਾ ਚੱਲਣ ਦਿਓ, ਰੋਕ ਦਿਓ, ਜੀ ਪਰ ਸਰਕਾਰ ਤੇ ਅੱਗੇ ਨਹੀਂ ਜਵਾਬ ਦੇ ਕੇ ਰਾਜੀ ਕਿਸੇ ਨੂੰ, ਮੈਜੋਰਟੀ ਉਹਨਾਂ ਦੇ ਕੋਲ ਹੈ, ਤੇ ਨਾ ਚੱਲਣ ਦਿਓਗੇ ਤੇ ਫਿਰ ਕੰਮ ਕਿੱਦਾਂ ਚੱਲੂਗਾ। ਜੀ ਕਾਰਵਾਈ ਚੱਲਣੀ ਚਾਹੀਦੀ ਹੈ ਤੇ ਦੁਨੀਆ ਨੂੰ ਦੇਖਣਾ ਚਾਹੀਦਾ ਹੈ। ਬੋਲੋ ਉੱਥੇ, ਆਪਣੀ ਗੱਲ ਠੋਕ ਕੇ ਰੱਖੋ, ਜੀ ਕੰਮ ਰੋਕੋ ਮਤਾ ਵੀ ਭਾਵੇਂ ਪਾ ਦਿਓ, ਜੀ ਪਰ ਫਿਰ ਵੀ ਕਿਸੇ ਤਰੀਕੇ ਤੁਸੀਂ ਆਪਣੀ ਆਵਾਜ਼ ਤੇ ਜਿਹੜੀ ਹੈ ਨਾ ਉਸ ਨੂੰ ਉੱਪਰ ਲੈ ਕੇ ਜਾਓ। ਜੀ ਸੋ ਕਿਸਾਨ ਸੰਸਦ ਜਿਹੜੀ ਹੈ ਚੱਲ ਰਹੀ ਹੈ, ਡੈਫੀਨੇਟਲੀ ਇਹਦਾ ਪੂਰੇ ਭਾਰਤ ਦੇ ਵਿੱਚ ਜ਼ਰੂਰ ਅਸਰ ਪਏਗਾ, ਜੀ ਦੇਖਣਗੇ ਜ਼ਰੂਰ। ਜੇ ਮੀਡੀਆ ਇਸ ਵੇਲੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਦਿੰਦਾ ਹੈ, ਜੀ ਜਿਹੜਾ ਕਿ ਲਫ਼ਜ਼ ਉਹਨਾਂ ਲਈ ਵਰਤਿਆ ਜਾਂਦਾ ਉਹਨੂੰ ਛੱਡ ਕੇ ਮਾੜਾ ਜਿਹਾ ਹੋਰ ਪਾਸੇ ਨੂੰ ਹੁੰਦੇ ਨੇ, ਜੀ ਤੇ ਜ਼ਰੂਰ ਹੀ ਇਸ ਦਾ ਕੁਝ ਨਾ ਕੁਝ ਚੰਗਾ ਰਿਜ਼ਲਟ ਜਿਹੜਾ ਉਹ ਨਿਕਲ ਕੇ ਸਾਹਮਣੇ ਆ ਸਕਦਾ ਹੈ।
ਜੀ ਕੁਲਦੀਪ ਜੀ, ਤੁਸੀਂ ਦੱਸ ਦਿੱਤਾ ਕਿ ਕਿਸਾਨ ਸੰਸਦ ਵਿੱਚ ਮਹਿਲਾਵਾਂ ਨੇ ਆਪਣੀ ਪੂਰੀ ਭੂਮਿਕਾ ਨਿਭਾਈ ਹੈ। ਮੋਢੇ ਨਾਲ ਮੋਢਾ ਢਾ ਕੇ ਉਹਨਾਂ ਨੇ ਸਭ ਕੁਝ ਸਾਬਤ ਕਰ ਦਿੱਤਾ ਹੈ ਵੀ ਉਹ ਕਿਸੇ ਪੱਖੋਂ ਘੱਟ ਨਹੀਂ ਹੈ। ਇੱਕ ਵਾਰੀ ਉਹਨਾਂ ਨੇ ਇੱਕ ਮੰਗ ਵੀ ਕੀਤੀ ਹੈ ਕਿ ਜਿੰਨੇ ਸਦਨ ਨੇ ਪੂਰੇ ਭਾਰਤ ਦੇ, ਜੀ, ਚਾਹੇ ਲੋਕ ਸਭਾ, ਚਾਹੇ ਰਾਜ ਸਭਾ, ਚਾਹੇ ਵਿਧਾਨ ਸਭਾ, ਜਾਂ ਜਿੱਥੇ ਵੀ ਇਹੋ ਜਿਹਾ ਸਿਸਟਮ ਹੈ, ਜੀ, ਸਾਨੂੰ ਘੱਟੋ ਘੱਟ 50% ਦੀ ਰਿਜ਼ਰਵੇਸ਼ਨ ਜਿਹੜੀ ਹੈ ਮਹਿਲਾਵਾਂ ਨੂੰ ਦਿੱਤੀ ਜਾਵੇ, ਤਾਂ ਕਿ ਅਸੀਂ ਵੀ ਤੁਹਾਨੂੰ ਚਲਾ ਕੇ ਵਿਖਾਈਏ ਕਿ ਕਿਵੇਂ ਚੱਲਦਾ ਹੈ। ਜੀ ਕੁਲਦੀਪ ਜੀ, ਵੈਸੇ ਕੈਪਟਨ ਸਰਕਾਰ ਨੇ ਤਾਂ ਕਿਹਾ ਹੀ ਸੀ ਵੀ ਅਸੀਂ 50% ਮਹਿਲਾਵਾਂ ਦਾ ਰਾਖਵਾਂਕਰਨ ਵਿਧਾਨ ਸਭਾ 'ਚ ਰੱਖਾਂਗੇ, ਤੇ ਇਹ ਮਾਮਲਾ ਹਾਲੇ ਲਟਕਦਾ ਹੀ ਪਿਆ ਦੇ ਵਿਚਾਲੇ। ਬਿਲਕੁਲ ਜੀ, ਉਹਨਾਂ ਨੇ ਗੱਲ ਕੀਤੀ ਹੈ, ਚੰਗੀ ਗੱਲ ਹੈ ਜੇ ਉਹ ਰੱਖ ਦਿੰਦੇ ਨੇ, ਪਰ ਇਹ ਹੁਣ ਗੱਲ ਤਾਂ ਉੱਥੇ ਆ ਗਈ ਨਾ ਕਿ ਪੰਜਾਬ ਦੀ ਆਪਣੀ ਸਥਿਤੀ ਹੈ ਜੀ, ਕਿ ਪੰਜਾਬ ਵਿੱਚ ਉਹਨਾਂ ਕੈਪਟਨ ਅਮਰਿੰਦਰ ਸਿੰਘ ਕੋਲ ਕੀ ਇੰਨੀ ਤਾਕਤ, ਇੰਨੀ ਸਟਰੈਂਥ ਹੈ ਕਿ ਉਹ ਇਸ ਤਰ੍ਹਾਂ ਦਾ ਡਿਸੀਜਨ ਲੈ ਸਕਦੇ ਨੇ। ਜੀ, ਤੇ ਜਿਸ ਤਰ੍ਹਾਂ ਦੇ ਹਾਲਾਤ ਹੋਏ ਪਏ ਨੇ ਪੰਜਾਬ ਵਿੱਚ, ਵੱਖਰੇ ਟੌਪਿਕ ਦੀ ਗੱਲ ਹੈ, ਬਾਅਦ ਵਿੱਚ ਇਹਨੂੰ ਕਰਾਂਗੇ ਜੀ। ਬਿਲਕੁਲ ਕਰਾਂਗੇ। ਤੇ ਕਿਸਾਨਾਂ ਦੀ ਰਣਨੀਤੀ ਦੀ ਗੱਲ ਕਰੀਏ ਤੇ 15 ਅਗਸਤ ਆਉਣ ਵਾਲੀ ਹੈ, ਲਾਮਬੰਦੀ ਪੂਰੀ ਹੋ ਰਹੀ ਹੈ ਕਿ ਨਹੀਂ, ਅਗਲੀ ਰਣਨੀਤੀ ਕੀ ਘੜ ਰਹੇ ਨੇ ਕਿਸਾਨ? 15 ਅਗਸਤ ਬਾਰੇ ਤੇ ਜੀਂਦ ਹਰਿਆਣੇ ਦੇ ਕਿਸਾਨਾਂ ਨੇ ਗੱਲ ਕੀਤੀ ਹੋਈ ਕਿ ਅਸੀਂ ਟਰੈਕਟਰ ਰੈਲੀ ਕੱਢਣੀ ਆ ਜੀ। ਉਹਨਾਂ ਬਾਰੇ ਸੰਯੁਕਤ ਕਿਸਾਨ ਮੋਰਚਾ ਅਜੇ ਚੁੱਪ ਹੈ ਜੀ, ਕਿਉਂਕਿ ਇੱਕ ਟਰੈਕਟਰ ਰੈਲੀ ਜਿਹੜੀ ਸੀ 26 ਜਨਵਰੀ ਨੂੰ ਗਣਤੰਤਰ ਦਿਵਸ ਨੂੰ ਨਿਕਲੀ, ਜੀ, ਤੇ ਉਸ ਨਾਲ ਥੋੜਾ ਜਿਹਾ ਡੀਰੇਲ ਹੋਇਆ। ਜੀ, ਗੱਡੀ ਲਈ ਤੇ ਪੈ ਗਈ ਹੈ ਮੁੜ ਕੇ, ਪਰ ਡੀਰੇਲ ਤੇ ਹੋਇਆ ਨਾ ਕਿਸਾਨ ਅੰਦੋਲਨ। ਜੀ, ਗੱਲਾਂ ਤੇ ਉੱਠੀਆਂ ਨਾ, ਉਪਜੀਆਂ ਨਾ, ਜੀ, ਜਵਾਬ ਦੇਣੇ ਪਏ ਕਿਸਾਨਾਂ ਨੂੰ ਵੀ, ਅਗਲੇ ਦਿਨ ਹੀ ਦੇਣੇ ਪੈ ਗਏ ਮੋਰਚੇ ਤੋਂ। ਹੁਣ 15 ਅਗਸਤ ਬਾਰੇ ਜੀਂਦ ਦੇ ਕਿਸਾਨਾਂ ਨੇ ਕਿਹਾ ਸੀ ਕਿ ਟਰੈਕਟਰ ਰੈਲੀ ਕਰਨ ਦਾ ਸਾਡਾ ਹੱਕ ਹੈ। ਜੀ, ਸੰਯੁਕਤ ਕਿਸਾਨ ਮੋਰਚਾ ਕੀ ਸੋਚਦਾ ਹੈ, ਪਰ ਰਾਕੇਸ਼ ਟਕੈਤ ਨੇ ਇਹ ਕਹਿ ਦਿੱਤਾ ਕਿ ਮੈਨੂੰ ਉਹਨਾਂ ਦਾ ਨਹੀਂ ਪਤਾ ਕਿ ਉਹਨੇ ਕੀ ਇਸ ਤੇ ਫੈਸਲਾ ਦੇਣਾ, ਪਰ ਮੈਂ ਇਹਨਾਂ ਦੀ ਸਪੋਰਟ ਕਰਦਾ ਕਿ ਰੈਲੀ ਕੱਢਣ ਤੇ ਮੈਂ ਇਹਨਾਂ ਦੇ ਨਾਲ ਆ। ਜੀ, ਹੁਣ ਰੈਲੀ ਕਿੱਥੇ, ਕਿੱਦਾਂ, ਕਿਹੜੇ ਪਾਸੇ ਨੂੰ ਜਾਣਗੇ, ਕਿੱਧਰ ਨੂੰ ਕੱਢਣਗੇ, ਉਹਨਾਂ ਨੇ ਇੱਕ ਦੋ ਗੱਲਾਂ ਹੋਰ ਕੀਤੀਆਂ। ਉਹਨਾਂ ਨੇ ਕਿਹਾ ਕਿ 15 ਅਗਸਤ ਦੀ ਕੀ ਗੱਲ ਹੈ, ਜੀ, ਇਹ ਹਰ ਸਾਲ ਝੰਡੇ ਚਾੜਦੇ ਨੇ ਲੀਡਰ, ਤੇ ਇਸ ਵਾਰੀ ਕਿਸਾਨਾਂ ਨੂੰ ਦੇ ਦਿਓ। ਤਾਂ ਅਸੀਂ ਵੀ ਦੇਸ਼ ਦੇ ਰਹਿਣ ਵਾਲੇ ਨਾਗਰਿਕ ਹਾਂ, ਸਾਨੂੰ ਵੀ ਹੱਕ ਹੈ ਝੰਡੇ ਚਾੜਨ ਦਾ। 15 ਅਗਸਤ ਨੂੰ ਝੰਡੇ ਅਸੀਂ ਜਿੱਥੇ ਲਹਿਰਾਉਣੇ ਨੇ ਸਾਨੂੰ ਦੱਸੋ, ਪਰ ਸਰਕਾਰ ਦੀਆਂ ਆਪਣੀਆਂ ਤਿਆਰੀਆਂ ਹੁੰਦੀਆਂ ਨੇ। ਕਿਸਾਨਾਂ ਨੇ ਆਪਣੀਆਂ ਤਿਆਰੀਆਂ ਹੋਰ ਵਿੱਢ ਲਈਆਂ ਨੇ। ਯੂਪੀ ਵੱਲ ਨੂੰ ਜ਼ਿਆਦਾ ਧਿਆਨ ਕੇਂਦਰਿਤ ਜਿਹੜਾ ਹੈ ਉਹ ਕੀਤਾ ਜਾ ਰਿਹਾ। ਮੁਜ਼ੱਫਰਨਗਰ ਦੇ ਵਿੱਚ ਸਤੰਬਰ ਮਹੀਨੇ 5 ਸਤੰਬਰ ਦੇ ਆਸ-ਪਾਸ ਮਹਾ ਪੰਚਾਇਤ ਜਾਂ ਇੱਕ ਮਹਾ ਰੈਲੀ ਜਿਹੜੀ ਹੈ ਕੱਢਣ ਦਾ ਆਯੋਜਨ ਜਿਹੜਾ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਜਾ ਰਿਹਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋਗਿੰਦਰ ਯਾਦਵ ਵੀ ਇਹਨਾਂ ਨਾਲ ਸ਼ਾਮਲ ਨੇ। ਉਹਨਾਂ ਨੇ ਕਿਹਾ ਕਿ ਅਸੀਂ ਪੂਰੀ ਤਿਆਰੀ ਕੀਤੀ ਹੋਈ ਹੈ, ਲਖਨਊ ਤੇ ਹੋਰ ਆਸ-ਪਾਸ ਨੂੰ ਅਸੀਂ ਪੂਰੀ ਤਰ੍ਹਾਂ ਜਾਮ ਕਰਕੇ ਰੱਖ ਦੇਵਾਂਗੇ ਤੇ ਲੋਕਾਂ ਨੂੰ ਦੱਸਾਂਗੇ ਕਿ ਕਿਸਾਨਾਂ ਦੀ ਤਾਕਤ ਕੀ ਹੁੰਦੀ ਹੈ। ਸੱਦੇ ਦਿੱਤੇ ਨੇ ਉਹਨਾਂ ਨੇ ਕਿ ਪੂਰੇ ਯੂਪੀ ਦੇ ਵਿੱਚੋਂ, ਪੂਰੇ ਭਾਰਤ ਦੇ ਵਿੱਚੋਂ, ਰਾਜਸਥਾਨ ਚੋਂ, ਨਾਲ ਲੱਗਦੇ ਸੂਬੇ ਚੋਂ ਕਿਸਾਨ ਉੱਥੇ ਪਹੁੰਚਣ, ਤੇ 5 ਸਤੰਬਰ ਵਿੱਚ ਅਜੇ ਕਾਫੀ ਦਿਨ ਪਏ ਹੋਏ ਨੇ। 5 ਸਤੰਬਰ ਤੱਕ ਉਹਨਾਂ ਨੇ ਇੰਨੀ ਲੰਬੀ ਪਲੈਨਿੰਗ ਜਿਹੜੀ ਹੈ, ਇਹ ਕਾਫੀ ਵੱਡੀ ਗੱਲ ਹੈ ਕਿ ਉਹਨਾਂ ਨੇ ਵਾਕਿਆ ਸੋਚਿਆ ਹੈ ਵੀ 5 ਸਤੰਬਰ ਤੱਕ ਅਸੀਂ ਕੁਝ ਕਰਨਾ ਹੈ। ਹੁਣ ਹਰਿਆਣੇ ਦੇ ਵਿੱਚ ਪੰਚਾਇਤਾਂ ਹੋਈਆਂ ਨੇ, ਕੋਈ ਵਸ ਚੱਲਿਆ ਨਹੀਂ ਬੀਜੇਪੀ ਸਰਕਾਰ ਦਾ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਕੋਈ ਠੱਲ ਪਾ ਸਕੇ ਜਾਂ ਰੋਕ ਸਕੇ। ਤੇ ਯੂਪੀ ਵਿੱਚ ਯੋਗੀ ਸਰਕਾਰ ਦਾ ਪੈਂਤੜਾ ਕੁਝ ਹੋਰ ਤਰ੍ਹਾਂ ਦਾ ਰਹਿੰਦਾ ਹੈ, ਪਰ ਡਾਵਾਡੋਲ ਸਥਿਤੀ ਉਹਨਾਂ ਦੀ ਵੀ ਹੈ ਥੋੜੀ ਜਿਹੀ। ਮੈਜੋਰਟੀ ਭਾਵੇਂ ਉਹਨਾਂ ਦੇ ਕੋਲ ਹੈ, ਪੱਕੇ ਤੌਰ ਤੇ ਅਸੀਂ ਕਹਿ ਨਹੀਂ ਸਕਦੇ ਕਿ ਇੰਨੇ ਜ਼ੋਰਦਾਰ ਤਰੀਕੇ ਨਾਲ ਉਹ ਦਬਾਉਣ ਦੇ ਵਿੱਚ ਸਫਲ ਹੋਣਗੇ ਜਾਂ ਸਮਰੱਥ ਹੋਣਗੇ, ਪਰ ਇਹ ਉਹਨਾਂ ਦੀ ਕੁਰਸੀ ਨੂੰ ਮਾੜਾ ਜਿਹਾ ਹਲੂਣਾ ਦੇ ਸਕਦੀ ਹੈ ਕਿਉਂਕਿ ਫਰਵਰੀ 'ਚ ਚੋਣਾਂ ਉੱਥੇ ਵੀ ਨੇ। ਸੋ ਇਹ ਇੱਕ ਸਿਸਟਮ ਜਿਹੜਾ ਕਿਸਾਨਾਂ ਨੇ ਇੱਕ ਰਣਨੀਤੀ ਅਪਣਾ ਲਈ ਹੈ। ਦੂਸਰੀ ਗੱਲ ਪਰਮਿੰਦਰ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ, ਕਿ 8 ਮਹੀਨੇ ਹੁਣ ਹੋ ਗਏ ਨੇ 25 ਜੁਲਾਈ ਨੂੰ, ਤੇ ਇਹ ਮਹੀਨੇ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸਰਕਾਰ ਨੂੰ ਚਾਹੀਦਾ ਕਿ ਇਸ ਪਾਸੇ ਕੋਈ ਗੰਭੀਰਤਾ ਨਾਲ ਅਜੇ ਵੀ ਸੋਚ ਲਵੇ। ਡੁੱਲੇ ਬਿਰਾਂ ਦਾ ਕੁਝ ਨਹੀਂ ਵਿਗੜਿਆ, ਨੁਕਸਾਨ ਭਾਵੇਂ ਬਹੁਤ ਹੋਇਆ, ਪਰ ਕਿਸਾਨ ਦਾ ਨੁਕਸਾਨ ਪਹਿਲੀ ਵਾਰੀ ਨਹੀਂ ਹੋਇਆ। ਜਾਨੀ ਨੁਕਸਾਨ ਦੀ ਅਸੀਂ ਗੱਲ ਕਰ ਸਕਦੇ ਹਾਂ, ਪਰ ਸਰਕਾਰ ਨੂੰ ਹੁਣ ਸੋਚਣਾ ਚਾਹੀਦਾ। ਤੇ ਇਸ ਵੇਲੇ ਅਸੀਂ ਜ਼ਿਆਦਾ ਨਹੀਂ ਸੋਚਦੇ ਕਿਉਂਕਿ ਇਸ ਪ੍ਰੋਗਰਾਮ 'ਚ ਵੇਲਾ ਹੈ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਹੁਣ ਗੱਲ ਕਰਦੇ ਹਾਂ ਸਿਆਸਤਦਾਨਾਂ ਦੀ। ਸਿਆਸਤਦਾਨ ਆਪਣੀਆਂ ਸਿਆਸੀ ਰੋਟੀਆਂ ਸੇਕਣ ਦਾ ਮੌਕਾ ਕੋਈ ਨਹੀਂ ਛੱਡਦੇ, ਤੇ ਜਿੱਦਾਂ ਰਾਹੁਲ ਗਾਂਧੀ ਟਰੈਕਟਰ ਤੇ ਸੰਸਦ ਭਵਨ ਪਹੁੰਚੇ, ਉਹਦਾ ਕੀ ਮਤਲਬ ਹੈ ਭਲਾ? ਟਰੈਕਟਰ ਤੇ ਉਹ ਦੂਸਰੀ ਵਾਰ ਬੈਠੇ ਨੇ ਜੀ। ਇਸ ਤੋਂ ਪਹਿਲਾਂ ਜਦੋਂ ਅਜੇ ਕਿਸਾਨ ਅੰਦੋਲਨ ਨਵਾਂ ਹੀ ਚੱਲਿਆ ਸੀ ਜੀ, ਪਿਛਲੇ ਸਾਲ, ਤੇ ਪੰਜਾਬ 'ਚ ਆ ਕੇ ਇੱਕ ਟਰੈਕਟਰ ਦੇ ਉੱਤੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਸੀ। ਜੀ, ਸਪੈਸ਼ਲ ਟਰੈਕਟਰ ਉਹਨਾਂ ਵਾਸਤੇ ਤਿਆਰ ਕੀਤਾ ਗਿਆ ਔਰ ਮਜ਼ਾਕ ਵੀ ਉਡਾਇਆ ਗਿਆ ਕਿ ਉਹਨਾਂ ਵਾਸਤੇ ਸੋਫਾ ਲਾ ਦਿੱਤਾ ਗਿਆ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਬੈਠੇ ਸੀ ਤੇ ਇੱਕ ਪਾਸੇ ਰਾਹੁਲ ਗਾਂਧੀ। ਜੀ, ਟਰੈਕਟਰ ਕੋਈ ਸਵਾਰੀ ਵਾਲੀ ਚੀਜ਼ ਤਾਂ ਹੈ ਨਹੀਂ, ਖੇਤੀਬਾੜੀ ਦੀ ਵਰਤੋਂ ਵਾਸਤੇ ਹੈ। ਇਹ ਠੀਕ ਹੈ ਕਿ ਜ਼ਿਮੀਂਦਾਰ
ਇਸ ਨੂੰ ਵਰਤ ਲੈਂਦੇ ਨੇ ਕਈ ਵਾਰੀ ਟਰਾਂਸਪੋਰਟੇਸ਼ਨ ਲਈ, ਆਪਣੀ ਲਈ, ਪਰ ਇਸ ਕੰਮ ਲਈ ਹੁੰਦਾ ਨਹੀਂ। ਰਾਹੁਲ ਗਾਂਧੀ ਜਿੰਨੀ ਕੁ ਉਹਨਾਂ ਦੀ ਆਵਾਜ਼ ਹੈ, ਜੀ, ਜਿੰਨੀ ਕੁ ਉਹਨਾਂ ਦੀ ਮਜ਼ਬੂਤ ਸਥਿਤੀ ਪਾਰਲੀਮੈਂਟ ਦੇ ਅੰਦਰ ਕਾਂਗਰਸ ਦੀ ਹੈ, ਜੀ, ਉਸ ਨੂੰ ਲੈ ਕੇ ਉਹਨਾਂ ਨੂੰ ਸ਼ਾਇਦ ਪਿਛਲੇ ਦਿਨਾਂ ਤੋਂ ਚੱਲ ਰਹੀ ਲੋਕ ਸਭਾ ਦੀ ਤੇ ਰਾਜ ਸਭਾ ਦੀ ਕਾਰਵਾਈ ਤੋਂ ਇੰਝ ਲੱਗਾ ਹੋਵੇਗਾ ਕਿ ਸਾਡੀ ਤੇ ਗੱਲ ਹੀ ਨਹੀਂ ਹੋ ਰਹੀ, ਸੁਣੀ ਨਹੀਂ ਜਾ ਰਹੀ, ਜੀ, ਤੇ ਸਾਡੇ ਕੋਲ ਕੋਈ ਖਾਸ ਏਡਾ ਵੱਡਾ ਮੁੱਦਾ ਜਿਹੜਾ ਅਸੀਂ ਜਸੂਸੀ ਕਾਂਡ ਵਾਲਾ ਉਸੇ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ, ਜੀ, ਤੇ ਸਰਕਾਰ ਨੇ ਤਾਂ ਉਸ ਪਾਸੇ ਵੱਲ ਸਾਡਾ ਧਿਆਨ ਜਾਣ ਹੀ ਨਹੀਂ ਦਿੱਤਾ। ਜੀ, ਤੇ ਕਿਉਂ ਨਾ ਇੱਕ ਵਾਰੀ ਫੇਰ ਕਿਸਾਨ ਅੰਦੋਲਨ ਦਾ ਸਹਾਰਾ ਲਿਆ ਜਾਵੇ। ਜੀ, ਕਿਸਾਨ ਆ ਕੇ ਬਹਿ ਗਏ ਨੇ, ਸੰਸਦ ਲਾ ਲਈ ਹੈ। ਜੀ, ਤੁਹਾਨੂੰ ਯਾਦ ਹੋਵੇਗਾ ਪਿਛਲੇ ਸਾਲ ਜਦੋਂ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਹੋਏ ਸੀ ਮੋਰਚਾ ਲਾ ਕੇ, ਜੀ, ਤੇ ਕਾਂਗਰਸ ਪਾਰਟੀ ਦੇ MP ਜਿਹੜੇ ਸੀ ਪੰਜਾਬ ਦੇ ਜੰਤਰ ਮੰਤਰ ਤੇ ਜਾ ਕੇ ਬਹਿ ਗਏ ਸੀ, ਜੀ, ਉੱਥੇ ਬੈਠੇ ਰਹੇ ਕਈ ਦਿਨ, ਤੇ ਕਦੋਂ ਮੋਰਚਾ ਚੁੱਕ ਦਿੱਤਾ ਗਿਆ, ਖਤਮ ਕਰ ਦਿੱਤਾ ਗਿਆ, ਕਿਸੇ ਨੂੰ ਕੰਨੋ ਕੰਨੀ ਖਬਰ ਵੀ ਨਹੀਂ ਹੋਈ। ਜੀ, ਇਸ ਵਾਰੀ ਵੀ ਉਹਨਾਂ ਦੇ ਨਾਲ ਪੰਜਾਬ ਵਾਲਾ ਬ੍ਰਿਗੇਡ ਸੀ, ਜੀ, ਗੁਰਜੀਤ ਸਿੰਘ ਔਜਲਾ, ਰਵਨੀਤ ਬਿੱਟੂ ਤੇ ਹੋਰ, ਤੇ ਨਾਲ ਹਰਿਆਣੇ ਤੋਂ ਕੁਝ ਉਹਨਾਂ ਦੇ ਮੈਂਬਰ ਪਾਰਲੀਮੈਂਟ, ਜੀ, ਇਹ ਸਾਰੇ ਟਰੈਕਟਰ ਤੇ ਸੰਸਦ ਵੱਲ ਨੂੰ ਆਏ ਨੇ। ਥੋੜੇ ਕੁ ਸਮਾਂ ਹੀ ਉਹਨਾਂ ਨੇ ਟਰੈਕਟਰ ਚਲਾਇਆ ਤੇ ਉਹਨਾਂ ਦਾ ਟਰੈਕਟਰ ਪੁਲਿਸ ਵੱਲੋਂ ਜ਼ਬਤ ਕਰ ਲਿਆ ਗਿਆ। ਜੀ, ਰਾਹੁਲ ਗਾਂਧੀ ਨੂੰ ਤਾਂ ਨਹੀਂ ਗ੍ਰਿਫਤਾਰ ਕੀਤਾ ਗਿਆ, ਪਰ ਬਾਕੀ ਸਾਥੀਆਂ ਨੂੰ, ਰਣਦੀਪ ਸਿੰਘ ਸੁਰਜੇਵਾਲਾ, ਜੀ, ਉਹਨਾਂ ਨੂੰ ਗ੍ਰਿਫਤਾਰ ਕਰਕੇ 10 ਘੰਟੇ ਇੱਕ ਥਾਣੇ ਦੇ ਵਿੱਚ, ਇੱਕ ਉਹਨਾਂ ਦੇ 2-3 ਹੋਰ ਸਾਥੀਆਂ ਨੂੰ ਜੀ, 10 ਘੰਟੇ ਥਾਣੇ ਦੇ ਵਿੱਚ ਬਿਠਾਇਆ ਗਿਆ ਤੇ ਫਿਰ ਸ਼ਾਮ ਨੂੰ ਉਹਨਾਂ ਨੂੰ ਛੱਡਿਆ ਗਿਆ। ਜੀ, ਰਾਹੁਲ ਗਾਂਧੀ ਨੂੰ ਜਦੋਂ ਫੜਿਆ ਗਿਆ ਜਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ, ਜੀ, ਇੱਕ ਤੇ ਮੈਂ ਦੱਸ ਦੇਵਾਂ ਕਿ ਉਹ ਟਰੈਕਟਰ ਜ਼ਬਤ ਹੈ ਇਸ ਵੇਲੇ ਵੀ, ਪੁਲਿਸ ਦੇ ਕੋਲ ਹੈ। ਜੀ, ਪੁਲਿਸ ਨੇ ਕਿਹਾ ਕਿ ਇਸ ਦੀ ਕੋਈ ਰਜਿਸਟ੍ਰੇਸ਼ਨ ਦਾ ਕਿਸੇ ਚੀਜ਼ ਦਾ ਰਿਕਾਰਡ ਨਹੀਂ ਹੈ। ਜੀ, ਇੱਕ ਦੂਸਰੀ ਗੱਲ ਪੁਲਿਸ ਨੇ ਕਹੀ ਕਿ ਦਫਾ 144 ਲੱਗੀ ਹੋਈ ਸੀ ਉੱਥੇ, ਜੀ, ਜਿੱਥੇ ਟਰੈਕਟਰ ਤੇ ਬੈਠ ਕੇ ਆ ਰਹੇ ਸੀ, ਜੀ, ਤੇ ਇਸ ਕਰਕੇ ਇਹਨਾਂ ਨੂੰ ਇਸ ਕਾਨੂੰਨ ਦੀ ਉਲੰਘਣਾ ਦੇ ਤਹਿਤ ਜਿਹੜਾ ਹੈ ਅਸੀਂ ਫੜਦੇ ਹਾਂ। ਜੀ, ਰਾਹੁਲ ਗਾਂਧੀ ਤੇ ਮੁੜ ਕੇ ਚਲੋ ਟਰੈਕਟਰ ਤੋਂ ਤੇ ਉਤਰ ਗਏ, ਜੀ, ਪਰ ਉਹਨਾਂ ਦੇ ਸਾਥੀ, ਉਹਨਾਂ ਨੇ ਤੇ ਬਹੁਤੇ ਕੀ ਬਿਆਨ ਦੇਣੇ ਸੀ, ਪਰ ਰਾਹੁਲ ਗਾਂਧੀ ਨੂੰ ਜਦੋਂ ਪੁੱਛਿਆ ਗਿਆ, ਸੁਰਜੇਵਾਲਾ ਹਾਲਾਂਕਿ ਬੋਲੇ ਨੇ, ਜੀ, ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਮੁੱਦਿਆਂ ਦੀ ਆਵਾਜ਼ ਸੰਸਦ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਸਾਂ, ਕਿਉਂਕਿ ਸਾਡੀ ਸਰਕਾਰ ਕਿਸਾਨਾਂ ਦੇ ਮੁੱਦਿਆਂ ਤੇ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ, ਤੇ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਗੱਲ ਨੂੰ ਜਾਂ ਉਹਨਾਂ ਦੁਆਰਾ ਉਠਾਏ ਜਾ ਰਹੇ ਮੁੱਦਿਆਂ ਨੂੰ ਜੀ, ਸੁਣਨੇ ਨੂੰ ਤਿਆਰ ਨਹੀਂ, ਤੇ ਇਸ ਕਰਕੇ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਅਸੀਂ ਇਹ ਕੰਮ ਕੀਤਾ। ਜੀ, ਹੁਣ ਰਾਹੁਲ ਗਾਂਧੀ ਨੇ ਤੇ ਆਪਣੇ ਵੱਲੋਂ ਕੰਮ ਕੀਤਾ, ਪਰ ਕੀ ਸੱਚਮੁੱਚ ਉਹ ਕਿਸਾਨਾਂ ਪ੍ਰਤੀ ਇੰਨੇ ਸੁਹਿਰਦ ਨੇ? ਜੀ, ਇਲੈਕਸ਼ਨਾਂ ਤਾਂ ਇਹ ਤਾਂ ਸਮਾਂ 2024 ਦੇ ਵਿੱਚ ਹੋਣਗੀਆਂ, ਜੀ, ਲੋਕ ਸਭਾ ਚੋਣਾਂ। ਕੀ ਉਹ 24 ਤੱਕ ਕੋਈ ਇਸ ਤਰ੍ਹਾਂ ਦੀ ਰਣਨੀਤੀ ਬਣਾ ਕੇ, ਜਿੰਨਾ ਟਾਈਮ ਹੋ ਗਿਆ ਸੰਘਰਸ਼ ਚੱਲਦੇ ਨੂੰ, ਕੀ ਬਣਾ ਕੇ ਪੇਸ਼ ਨਹੀਂ ਸੀ ਕਰ ਸਕਦੇ? ਜਦੋਂ ਲੋਕ ਇਹ ਕਹਿੰਦੇ ਨੇ, ਅਰਥ ਸ਼ਾਸਤਰੀ ਮਾਹਰ, ਜੀ, ਕਿ ਭਾਵੇਂ ਕਿ ਇਸ ਤੇ ਮੋਹਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੇ ਸਹਿਯੋਗੀਆਂ ਨੇ ਲਾਈ ਹੈ, ਇਹਨਾਂ ਜੀ, ਕਾਲੇ ਕਾਨੂੰਨਾਂ ਤੇ ਸ਼ੁਰੂਆਤ ਤੇ ਡਾਕਟਰ ਮਨਮੋਹਨ ਸਿੰਘ ਨੇ ਕੀਤੀ ਸੀ, ਜੀ, ਉਸ ਬਾਰੇ ਕੋਈ ਖਾਸ ਜਵਾਬ ਨਹੀਂ ਹੈ ਕਾਂਗਰਸ ਦੇ ਕੋਲ। ਜੀ, ਰਾਹੁਲ ਗਾਂਧੀ ਫਿਰ ਕੱਲ ਬਾਰ-ਬਾਰ ਕਹਿੰਦੇ ਸੀ 1-2 ਕਾਰਪੋਰੇਟ ਘਰਾਣੇ ਦੀ ਝੋਲੀ ਵਿੱਚ ਸਭ ਕੁਝ ਪਾ ਕੇ ਦੇਸ਼ ਨੂੰ ਵੇਚਣ ਵਾਲੀ ਗੱਲ ਹੈ, ਜੀ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੀ, 1-2 ਦੀ ਝੋਲੀ ਪਾ ਲਓ ਜਾਂ 5 ਦੀ ਝੋਲੀ ਪਾ ਲਓ ਜਾਂ 15 ਦੀ ਝੋਲੀ ਪਾ ਲਓ, ਗੱਲ ਤੇ ਉਹੀ ਹੋਵੇਗੀ। ਜੀ, ਕਾਂਗਰਸ ਦਾ ਵੀ ਕੋਈ ਬਹੁਤਾ ਵਧੀਆ ਸਟੈਂਡ ਕੇਂਦਰ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਨਹੀਂ ਰਿਹਾ। ਜੀ, ਜੇ ਅੱਜ ਮੰਡੀਕਰਨ ਫੇਲ ਹੈ, ਤੇ ਮੰਡੀਕਰਨ ਕਾਂਗਰਸ ਦੇ ਵੇਲੇ ਤੋਂ ਹੀ ਫੇਲ ਹੈ, ਜੀ, ਕਿਉਂ ਨਹੀਂ ਹੋਇਆ? ਫਸਲੀ ਵਿਭਿੰਨਤਾ ਵੱਲ ਅਗਰ ਕਿਸਾਨਾਂ ਨੂੰ ਲੈ ਕੇ ਜਾਣਾ ਸੀ, ਜੀ, ਤੇ ਕਾਂਗਰਸ ਕਿਉਂ ਨਹੀਂ ਲਿਜਾ ਸਕੀ? ਜੀ, ਕਿਸਾਨਾਂ ਦੀ ਹਾਲਤ ਦੇ ਵਿੱਚ ਸੁਧਾਰ ਕਿਉਂ ਨਹੀਂ ਹੋ ਸਕਿਆ? ਸਾਰੇ ਵਾਅਦੇ ਜਿਹੜੇ ਮੋਦੀ ਸਾਹਿਬ ਨੇ ਕੀਤੇ ਹੋਏ ਨੇ, ਜੀ, ਮੋਦੀ ਸਾਹਿਬ ਨੇ ਤਾਂ ਇਹੋ ਹੀ ਆਖਿਆ ਸੀ ਨਾ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ। ਜੀ, 22 ਤੇ ਸਿਰ ਤੇ ਆਣ ਖਲੋਤਾ ਹੈ, ਜੀ, ਦੁੱਗਣੀ ਛੱਡ ਕੇ ਜਿਹੜੇ ਉਹਨਾਂ ਦੀ ਜਿਹੜੀ ਬਚਦੀ ਖੁਚਦੀ ਆਮਦਨ ਸੀ, ਮੈਨੂੰ ਲੱਗਦਾ ਉਹ ਵੀ ਚੌਥਾ ਹਿੱਸਾ ਰਹਿ ਜਾਵੇਗੀ। ਜੋ ਹਾਲਾਤ ਬਣੇ ਪਏ ਨੇ, ਜੀ, ਜ਼ਮੀਨਾਂ ਖੁੱਸ ਜਾਣਗੀਆਂ, ਉਹਨਾਂ ਤੋਂ ਸਾਰਾ ਕੁਝ ਖਿੱਚ ਲਿਆ ਜਾਵੇਗਾ, ਮਜਬੂਰ ਹੋ ਜਾਣਗੇ ਜੀ। ਜ਼ਿਮੀਂਦਾਰ, ਜਾਣਾ ਕਿੱਥੇ ਨੂੰ ਆ? ਪਰ ਕਾਂਗਰਸ ਕੋਲ ਵੀ ਕੋਈ ਠੋਸ ਰਣਨੀਤੀ ਨਹੀਂ ਹੈ। ਜੀ, ਕਿਸਾਨੀ ਮੁੱਦੇ ਨੂੰ, ਕਿਸਾਨੀ ਮੰਗਾਂ ਨੂੰ, ਕਿਸਾਨੀ ਬਿੱਲਾਂ ਨੂੰ ਚੋਣ ਮੁੱਦਾ ਬਣਾ ਕੇ ਕਿਸਾਨਾਂ ਦੇ ਮੋਢਿਆਂ ਤੇ ਚੜ੍ਹ ਕੇ ਜੀ, ਜਿਹੜੀ ਇਲੈਕਸ਼ਨ ਹੈ ਲੜਨੀ ਚਾਹੁੰਦੇ ਨੇ ਜੀ, ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ। ਜੀ, ਭਾਵੇਂ ਕਿ 24 ਦੀ ਲੋਕ ਸਭਾ ਦੂਰ ਹੈ, ਜੀ, ਪਰ ਯੂਪੀ ਹੈ, ਉੱਤਰਾਖੰਡ ਹੈ, ਪੰਜਾਬ ਹੈ, ਤੇ ਹੋਰ ਕਈ ਸੂਬਿਆਂ ਦੇ ਵਿੱਚ ਅਗਲੇ ਸਾਲ ਪੂਰੇ ਇਲੈਕਸ਼ਨਾਂ ਆ ਰਹੀਆਂ ਨੇ। ਜੀ, ਤੇ ਰਾਹੁਲ ਗਾਂਧੀ ਬਿਲਕੁਲ ਮੇਰੀ ਸੋਚ ਮੁਤਾਬਕ, ਮੇਰੇ ਐਨਾਲਿਸਿਸ ਦੇ ਮੁਤਾਬਕ ਉਸੇ ਹੀ ਤਿਆਰੀ ਵਿੱਚ ਲੱਗੇ ਹੋਏ ਨੇ। ਇਸ ਤੋਂ ਜ਼ਿਆਦਾ ਉਹਨਾਂ ਦਾ ਮੁੱਦਾ ਵੱਡਾ ਹੋਰ ਕੋਈ ਨਹੀਂ ਹੈ। ਜੀ। ਤੇ ਕੁਲਦੀਪ ਜੀ, ਟਰੈਕਟਰ ਤੇ ਰਾਹੁਲ ਚੜ੍ਹ ਕੇ ਬੈਠੇ ਤੇ ਭਾਜਪਾ ਔਖੀ ਕਿਉਂ ਹੋਈ ਪਈ ਹੈ ਇਸ ਵੇਲੇ? ਭਾਜਪਾ
ਔਖੀ ਠੀਕ ਹੈ, ਉਹਨਾਂ ਨੇ ਤੇ ਦੋ ਗੱਲਾਂ ਕੀਤੀਆਂ ਨਰਿੰਦਰ ਸਿੰਘ ਤੋਮਰ ਨੇ, ਜਦੋਂ ਉਹਨਾਂ ਨੂੰ ਹੋਰ ਕੋਈ ਜ਼ਿਆਦਾ ਬੋਲਿਆ ਨਹੀਂ ਕੋਈ ਖਾਸ। ਜੀ ਉਹਨਾਂ ਨੇ ਗੱਲ ਕੀਤੀ ਇਹ ਡਰਾਮੇਬਾਜ਼ੀ ਕਰ ਰਹੇ ਨੇ, ਜੀ ਟਰੈਕਟਰ ਤੇ ਆਉਣ ਦਾ ਕੀ ਕੰਮ ਹੈ। ਇੱਕ ਲਫ਼ਜ਼ ਉਹ ਹੋਰ ਵਰਤ ਰਹੇ ਨੇ ਕਿ ਇਸ ਤਰ੍ਹਾਂ ਡਰਾਮੇਬਾਜ਼ੀਆਂ ਕਰਕੇ ਰਾਹੁਲ ਗਾਂਧੀ ਤੇ ਉਹਨਾਂ ਦੇ ਸਾਥੀ ਦੇਸ਼ ਵਿੱਚ ਅਰਾਜਕਤਾ ਵਾਲਾ ਮਾਹੌਲ ਪੈਦਾ ਕਰ ਰਹੇ ਨੇ। ਜੀ ਇਹ ਤੇ ਬੜਾ ਸੌਖਾ ਜਿਹਾ ਇਲਜ਼ਾਮ ਹੈ, ਇਹ ਅੱਜ ਦਾ ਨਹੀਂ ਲੱਗਦਾ ਆ। ਜੀ ਇਹ ਕਾਂਗਰਸ ਸਰਕਾਰ ਦੇ ਵੇਲੇ ਤੋਂ ਵੀ ਇਹੋ ਜਿਹੇ ਇਲਜ਼ਾਮ ਲੱਗਦੇ ਆਏ ਸਨ ਵਿਰੋਧੀ ਪਾਰਟੀਆਂ ਤੇ। ਜੀ ਇਹ ਸਾਡੇ ਦੇਸ਼ ਦੇ ਵਿੱਚ ਇੱਕ ਰਿਵਾਜ ਹੀ ਬਣ ਚੁੱਕਾ ਹੈ ਕਿ ਜਦੋਂ ਕੋਈ ਕਿਸੇ ਤਰੀਕੇ ਦੀ ਮੰਗ ਕਰਦਾ ਹੈ, ਜੀ ਮੰਗ ਕਰਨ ਦੇ ਤਰੀਕੇ ਵੀ ਇੱਥੇ ਕਈ ਵਾਰੀ ਬੜੇ ਉਲਟ-ਪੁਲਟ ਹੋ ਜਾਂਦੇ ਨੇ। ਜੀ ਰਾਹੁਲ ਗਾਂਧੀ ਅੱਜ ਤੱਕ ਆਪਣੀ ਗੱਲ ਦੇਸ਼ ਦੇ ਲੋਕਾਂ ਦੇ ਮੂਹਰੇ ਸਟਰੋਂਗਲੀ ਰੱਖ ਨਹੀਂ ਸਕੇ। ਜੀ ਜਿਹੜੀ ਇੱਕ ਪੱਕੀ ਉਹਨਾਂ ਦੀ ਸੀਟ ਸੀ ਅਮੇਠੀ ਦੀ, ਜਿੱਥੋਂ ਰਾਜੀਵ ਗਾਂਧੀ ਵੀ ਫਾਈਟ ਕਰਦੇ ਸਨ, ਤੇ ਸਾਰੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਉੱਥੋਂ ਹੀ ਚੋਣਾਂ ਦੇ ਵਿੱਚ ਖੜੇ ਹੁੰਦੇ ਸੀ, ਜੀ ਤੇ ਉਹ ਆਪਣੀ ਸੀਟ ਵੀ ਹਾਰ ਗਏ। ਵਿਸ਼ਵਾਸ ਗਵਾਇਆ ਉਹਨਾਂ ਨੇ ਲੋਕਾਂ ਦਾ, ਇਸ ਗੱਲ ਤੋਂ ਇਨਕਾਰ ਨਹੀਂ ਉਹ ਕਰ ਸਕਦੇ। ਜੀ ਕਿਉਂ ਗਵਾਇਆ? ਰਾਹੁਲ ਗਾਂਧੀ ਦਾ ਇਮੇਜ ਇਸ ਤਰ੍ਹਾਂ ਦਾ ਬਣ ਨਹੀਂ ਸਕਿਆ ਕਿ ਉਹ ਇਸ ਤਰ੍ਹਾਂ ਕਿਸੇ ਮੁੱਦਿਆਂ ਤੇ ਜਾਂ ਕਿਸੇ ਗੱਲ ਕਰਕੇ ਕਿਸੇ ਸਰਕਾਰ ਨੂੰ ਘੇਰ ਕੇ ਜਾਂ ਆਪਣੀ ਪਾਰਟੀ ਦਾ ਇਹੋ ਜਿਹਾ ਏਜੰਡਾ ਲੋਕਾਂ ਦੇ ਮੂਹਰੇ ਰੱਖ ਕੇ ਜੀ ਕਾਮਯਾਬ ਹੋ ਸਕਣ, ਜੀ ਜਿਸ ਨਾਲ ਕੋਈ ਕਾਂਗਰਸ ਦਾ ਕੁਝ ਬਣ ਸਕੇ। ਜੀ ਰਾਹੁਲ ਗਾਂਧੀ ਨੂੰ ਇੱਕ ਮੋਹਰੇ ਦੇ ਤੌਰ ਤੇ ਹੀ ਜਿਹੜਾ ਕੋਈ ਕਿਸੇ ਤਰੀਕੇ ਨਾਲ ਵਰਤ ਰਿਹਾ, ਕੋਈ ਕਿਸੇ ਤਰੀਕੇ ਨਾਲ ਵਰਤ ਰਿਹਾ। ਜੀ ਪ੍ਰਸ਼ਾਂਤ ਕਿਸ਼ੋਰ ਜੋ ਕਾਂਗਰਸ ਲਈ ਕਾਫੀ ਜ਼ਿਆਦਾ ਕਾਂਗਰਸ ਦੇ ਸਹਿਯੋਗੀ ਪਾਰਟੀਆਂ ਲਈ ਕੰਮ ਕਰ ਰਿਹਾ ਹੈ, ਜੀ ਉਹਨੇ ਵੀ ਪਿੱਛੇ ਜਿਹਾ ਕਹਿ ਦਿੱਤਾ ਸੀ ਕਿ ਮੌਜੂਦਾ ਜਿਹੜਾ ਢਾਂਚਾ ਹੈ ਕਾਂਗਰਸ ਦਾ, ਜੀ ਇਸ ਨਾਲ ਕੋਈ 2024 ਤੱਕ ਕੋਈ ਬਹੁਤੀ ਵੱਡੀ ਉਮੀਦ ਅਸੀਂ ਨਹੀਂ ਰੱਖ ਸਕਦੇ। ਜੀ ਹੁਣ ਬੀਜੇਪੀ ਜਿਹੜੀ ਅਸਲੋਂ ਜਿਹੜੀ ਹੈ ਉਹ ਇਸ ਸੈਟਅਪ ਨੂੰ ਸਮਝਦੀ ਕੁਛ ਨਹੀਂ। ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ। ਉਹ ਇਸ ਨੂੰ ਕਿਸੇ ਗਿਣਤੀ ਵਿੱਚ ਗਿਣ ਨਹੀਂ ਰਹੀ ਰਾਹੁਲ ਗਾਂਧੀ ਤੇ ਉਹਨਾਂ ਦੇ ਸਾਥੀਆਂ ਨੂੰ। ਉਹਨਾਂ ਦਾ ਮਤਲਬ ਸਿਰਫ ਇੰਨਾ ਹੈਗਾ ਕਿ ਇਸ ਤੋਂ ਕਿਤੇ ਕੋਈ ਬਹੁਤਾ ਵੱਡਾ ਮੁੱਦਾ ਬਣ ਨਾ ਜਾਵੇ। ਜੀ ਤੇ ਕਾਂਗਰਸ ਦੀ ਗੱਲ ਚੱਲ ਰਹੀ ਹੈ ਤੇ ਪੰਜਾਬ ਕਾਂਗਰਸ ਦੀ ਗੱਲ ਕਰੀਏ, ਨਵਜੋਤ ਸਿੰਘ ਸਿੱਧੂ ਤੇ ਪੰਜਾਬ ਕਾਂਗਰਸ ਵਿੱਚ ਇਸ ਵੇਲੇ ਕੀ ਚੱਲ ਰਿਹਾ? ਨਵਜੋਤ ਸਿੰਘ ਸਿੱਧੂ ਜਿਵੇਂ ਉਹਨਾਂ ਨੇ ਅਹੁਦਾ ਸੰਭਾਲ ਲਿਆ, ਜੀ ਪਹਿਲੀ ਤਾਂ ਗੱਲ ਇੰਨੀ ਹਾਈਪ ਜਿਹੜੀ ਬਣਾ ਦਿੱਤੀ ਗਈ, ਰੌਲਾ ਰੱਪਾ ਇੰਨਾ ਕ੍ਰੀਏਟ ਹੋਇਆ ਕਿ ਨਵਜੋਤ ਸਿੰਘ ਸਿੱਧੂ ਦਾ ਸਹੁੰ ਚੁੱਕ ਸਮਾਗਮ ਤੇ ਇਸ ਤਰ੍ਹਾਂ ਸੀ ਵੀ ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਨੇ ਓਲੰਪਿਕ ਸੈਰੇਮਨੀ ਘੱਟ ਦੇਖੀ ਹੋਵੇਗੀ, ਜੀ ਤੇ ਇਹ ਸਹੁੰ ਚੁੱਕ ਸਮਾਗਮ ਜਿਹੜਾ ਸੀ ਇਸ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ। ਜੀ ਉਸ ਤੋਂ ਬਾਅਦ ਥੋੜਾ ਜਿਹਾ ਉਹ ਵੀ ਜ਼ਮੀਨ ਤੇ ਆਏ ਨੇ ਨਵਜੋਤ ਸਿੱਧੂ। ਜੀ ਕੈਪਟਨ ਸਮਰਥਕ ਵੀ ਉਹਨਾਂ ਨੂੰ ਵੀ ਥੋੜਾ ਜਿਹਾ ਸਾਹ ਆਇਆ ਜਿਸ ਤਰ੍ਹਾਂ ਸਾਰਾ ਉਹ ਘਟਨਾਕ੍ਰਮ ਚੱਲ ਗਿਆ। ਜੀ ਭਾਰਤ ਦੀਆਂ ਕਈ ਮੇਨ ਅਖਬਾਰਾਂ ਮੈਂ ਦੇਖ ਰਿਹਾ ਸਾਂ, ਉਹਨਾਂ ਨੇ ਇਸੇ ਤਰ੍ਹਾਂ ਹੀ ਲਿਖਿਆ ਕਿ ਕੈਪਟਨ ਜਿਹੜੇ ਸੀ ਉਹ ਥੋੜਾ ਜਿਹਾ ਨਰਮ ਪਏ ਨੇ ਤੇ ਨਵਜੋਤ ਸਿੰਘ ਸਿੱਧੂ ਵੀ ਥੋੜਾ ਜਿਹਾ ਪੱਧਰ ਤੇ ਆ ਕੇ ਇਸ ਤਰ੍ਹਾਂ ਜਿਹੜਾ ਉਹਨੇ ਬੈਲੈਂਸ ਜਿਹਾ ਬਣਾ ਰਿਹਾ। ਜੀ ਨਵਜੋਤ ਸਿੰਘ ਸਿੱਧੂ ਇੱਕ ਗੱਲ ਬਾਰ-ਬਾਰ ਕਰਦੇ ਨੇ, ਉਹ ਉਦੋਂ ਦੇ ਭਾਸ਼ਣ ਦੇ ਵਿੱਚ ਵੀ ਕਰਦੇ ਸੀ ਜੀ ਕਿ ਮੈਂ ਬਿਸਤਰਾ ਹੁਣ ਇੱਥੇ ਲਾ ਲੈਣਾ, ਜੀ ਤੇ ਉਹਨਾਂ ਨੇ ਕੱਲ ਫੇਰ ਕੀਤੀ ਹੈ ਕਿ ਮੇਰਾ ਬਿਸਤਰਾ ਹੁਣ ਕਾਂਗਰਸ ਭਵਨ ਦੇ ਵਿੱਚ ਪੱਕਾ ਲੱਗ ਜਾਵੇਗਾ, ਮੇਰੇ ਸਾਥੀ ਵੀ ਇੱਥੇ ਹੋਣਗੇ ਤੇ ਇੱਥੋਂ ਬੈਠ ਕੇ ਅਸੀਂ ਸਾਰੀ ਰਣਨੀਤੀ ਤਿਆਰ ਕਰਾਂਗੇ। ਜੀ ਕੈਪਟਨ ਖੇਮਾ ਮਾੜਾ ਮੋਟਾ ਕੁਸਕਦਾ ਹੈ, ਬਹੁਤਾ ਕੁਝ ਨਹੀਂ, ਜੀ ਪਰ ਉਹ ਚੁੱਪ ਸ਼ਾਂਤ ਬੈਠੇ ਹੋਏ ਨੇ। ਕੈਪਟਨ ਸਾਹਿਬ ਆਪਣੀਆਂ ਕੁਝ ਜਿਹੜੀਆਂ ਰੂਟੀਨਸ ਨੇ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੂੰ ਫੋਲੋ ਕਰ ਰਹੇ ਨੇ, ਜਿਸ ਵਿੱਚ ਨਿਤਿਨ ਗਡਕਰੀ ਨੂੰ ਮਿਲਣ ਦੀ ਉਹਨਾਂ ਨੇ ਗੱਲ ਕੀਤੀ ਹੈ ਜੀ ਕਿ ਜੋ ਹਾਈਵੇ ਪੰਜਾਬ ਦੇ ਵਿੱਚੋਂ ਨਿਕਲ ਰਹੇ ਨੇ, ਦਿੱਲੀ ਕਟੜਾ ਐਕਸਪ੍ਰੈਸਵੇ ਜਾਂ ਹੋਰ, ਉਹਨਾਂ ਵਿੱਚੋਂ ਜਿਹੜੀਆਂ ਜ਼ਮੀਨਾਂ ਕਿਸਾਨਾਂ ਦੀਆਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਬਣਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਜੀ ਉਹਨਾਂ ਨੂੰ ਸਹੀ ਕੀਮਤ ਜਿਹੜੀ ਹੈ ਉਹ ਜ਼ਮੀਨ ਦੀ ਦਿੱਤੀ ਜਾਵੇ। ਕਿਸਾਨ ਰੌਲਾ ਪਾ ਰਹੇ ਨੇ ਤੇ ਉਹਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ। ਜੀ ਇੱਕ ਟੈਕਨੀਕਲ ਐਸਪੈਕਟ ਹੈ ਉਹਨਾਂ ਦੇ ਕੰਮ ਦਾ। ਜੀ ਪਰ ਇਸ ਤੋਂ ਬਾਅਦ ਸੁਨੀਲ ਜਾਖੜ ਥੋੜੀ ਨਾਰਾਜ਼ਗੀ ਪ੍ਰਗਟਾ ਰਹੇ ਨੇ। ਜੀ ਉਹਨਾਂ ਨੇ ਉੱਥੇ ਵੀ ਗੱਲ ਕੀਤੀ ਕਿ ਮੈਨੂੰ ਪੁੱਛਿਆ ਗਿਆ ਨਹੀਂ, ਹਰੀਸ਼ ਰਾਵਤ ਨੂੰ ਇਸ ਤਰ੍ਹਾਂ ਨਹੀਂ ਸੀ ਚਾਹੀਦਾ, ਜੇ ਸਿੱਧੂ ਨੂੰ ਬਣਾਉਣਾ ਸੀ ਮੈਨੂੰ ਹਟਾ ਕੇ ਕਿਹੜੀ ਗੱਲੋਂ ਪਾਸੇ ਕਰ ਦਿੱਤਾ ਗਿਆ। ਜੀ ਨੌਨ ਪਰਫਾਰਮੈਂਸ ਕਈ ਵਾਰੀ ਇਸ ਤਰ੍ਹਾਂ ਕੋਈ ਕਾਰਨ ਹੁੰਦੀ ਹੈ। ਜੀ ਬਹੁਤੀ ਵਾਰੀ ਜਿਹੜੇ ਚੰਗੇ ਚੰਗੇ ਦੇਸ਼ਾਂ ਦੇ ਆਗੂ ਨੇ ਅਸਤੀਫਾ ਖੁਦ ਦੇ ਦਿੰਦੇ ਨੇ, ਪਰ ਸਾਡੇ ਰਿਵਾਜ ਨਹੀਂ ਹੈ। ਜੀ ਸਚਿਨ ਤੇਂਦੁਲਕਰ ਨੰਬਰ 1 ਖਿਡਾਰੀ ਰਿਹਾ ਵਿਸ਼ਵ ਦਾ ਬਹੁਤ ਲੰਬਾ ਸਮਾਂ, ਜੀ ਕਪਤਾਨ ਉਹ ਕੁਝ ਸਾਲ ਰਿਹਾ, ਉਹਨੇ ਖੁਦ ਅਸਤੀਫਾ ਦੇ ਦਿੱਤਾ ਕਿ ਮੈਂ ਕਪਤਾਨੀ ਨਹੀਂ ਕਰਨੀ ਭਾਈ, ਜੀ ਮੇਰੇ ਵੱਸ ਦਾ ਕੰਮ ਨਹੀਂ, ਮੈਂ ਖੇਡਣਾ ਚਾਹੁੰਦਾ, ਜੀ ਤੇ ਖੇਡਦਾ ਰਿਹਾ ਉਸ ਤੋਂ ਬਾਅਦ ਬਹੁਤ ਸਾਲ। ਜੀ ਕਪਤਾਨ ਨਾਲੋਂ ਵੀ ਉੱਚਾ ਰੁਤਬਾ ਉਸਦਾ ਹੁੰਦਾ ਸੀ। ਜੀ ਪਰ ਹੁਣ ਪ੍ਰਧਾਨ ਨਵਜੋਤ ਸਿੱਧੂ ਨੇ, ਸੁਨੀਲ ਜਾਖੜ ਨੇ ਇੱਕ ਅਜੀਬੋ-ਗਰੀਬ ਜਿਹਾ ਕੈਪਟਨ ਦੇ ਨਾਲ ਉਹਨਾਂ ਦੀ ਜਿਹੜਾ ਇੱਕ ਅਲਾਇੰਸ ਹੈ ਜੀ ਉਸ ਦੇ ਪ੍ਰਤੀ ਇੱਕ ਉਹਨਾਂ ਨੇ ਬਿਆਨ ਦੇ ਦਿੱਤਾ। ਉਹਨਾਂ ਕਿਹਾ ਕਿ ਦੇਖੋ ਇਹ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਸੀ ਜੀ ਤੇ ਇਹਨਾਂ ਨੇ ਕਿਸਾਨ ਅੰਦੋਲਨ ਪ੍ਰਤੀ ਚੰਗਾ ਰੁਖ ਅਪਣਾਇਆ ਤੇ ਕਿਸਾਨ ਅੰਦੋਲਨ ਨੂੰ ਵਧਣ ਦਿੱਤਾ, ਕੋਈ ਇਹਨਾਂ ਨੇ ਕੋਈ ਕੀਤਾ ਨਹੀਂ ਤੇ ਕਿਸਾਨ ਅੰਦੋਲਨ ਇਸੇ ਕਰਕੇ ਕਾਮਯਾਬ ਹੋ ਗਿਆ। ਜੇ ਕੋਈ ਇੱਥੇ ਹੋਰ ਮੁੱਖ ਮੰਤਰੀ ਹੁੰਦਾ ਤੇ ਕਿਸਾਨ ਅੰਦੋਲਨ ਦਾ ਕੁਝ ਨਾ ਬਣਦਾ। ਜੀ ਬਣਿਆ ਤਾਂ ਵੈਸੇ ਹੁਣ ਵੀ ਕੁਝ ਨਹੀਂ, ਅਜੇ ਵੀ ਕੁਝ ਨਹੀਂ, ਪਰ ਕਿਸਾਨਾਂ ਦਾ ਕ੍ਰੈਡਿਟ ਕਿਸਾਨਾਂ ਦੇ ਕੋਲ ਹੀ ਹੋਣਾ ਚਾਹੀਦਾ ਹੈ। ਜੀ
ਕਿਸਾਨਾਂ ਉਹ ਇੱਕ ਅੰਦੋਲਨ ਦੇ ਤੌਰ ਤੇ ਦੇਖ ਰਹੇ ਨੇ, ਇੱਕ ਰਾਜਨੀਤਿਕ ਪੱਖ ਤੋਂ, ਇੱਕ ਵੋਟਾਂ ਦੀ ਗਿਣਤੀ ਮਿਣਤੀ ਦੇ ਪੱਖ ਤੋਂ ਦੇਖ ਰਹੇ ਨੇ। ਜੀ ਨਵਜੋਤ ਸਿੰਘ ਸਿੱਧੂ ਆਪਣੇ ਸਾਥੀਆਂ ਨਾਲ ਉਹਨਾਂ ਨੇ ਕਾਂਗਰਸ ਭਵਨ ਦੇ ਵਿੱਚ ਮੀਟਿੰਗਾਂ ਲੰਬੀਆਂ ਚੌੜੀਆਂ ਕੀਤੀਆਂ ਨੇ, ਜੀ ਪਰ ਕੋਈ ਰਣਨੀਤੀ ਦੀ ਗੱਲ ਨਹੀਂ, ਸਿਰਫ ਵੋਟਾਂ ਦੀ ਗੱਲ ਅਜੇ ਚੱਲ ਰਹੀ ਹੈ ਕਿ ਅਸੀਂ ਇਲੈਕਸ਼ਨ ਅਗਲੀ ਕਿਵੇਂ ਲੜਨੀ ਤੇ ਸਾਡੀ ਰਣਨੀਤੀ ਕੀ ਹੋਵੇਗੀ। ਜੀ ਇਹ ਗੱਲ ਪਰ ਹੁਣ ਆਮ ਜ਼ੁਬਾਨ ਆ ਗਈ ਹੈ ਜੀ ਕਿ ਨਵਜੋਤ ਸਿੰਘ ਸਿੱਧੂ ਕੋਲ ਟੀਮ ਤੇ ਉਹੀ ਹੈ ਜੀ ਜਿਹਦੀ ਉਹ ਕੁਝ ਹਫ਼ਤੇ ਪਹਿਲਾਂ ਨਿਖੇਧੀ ਕਰਦੇ ਫਿਰਦੇ ਸਨ। ਜੀ ਉਹ ਕਿ ਲਿਖਦੇ ਸੀ ਕਿ ਫਲਾਨੇ ਕੰਮ ਇਹ ਨਾਂ ਤਾਂ ਨਹੀਂ ਸੀ ਲੈਂਦੇ, ਜੀ ਗੋਲ-ਮੋਲ ਗੱਲਾਂ ਜਿਹੜੀਆਂ ਕਰਦੇ ਸੀ ਸਾਰਿਆਂ ਨੂੰ ਪਤਾ ਲੱਗਦਾ ਸੀ ਕਿ ਕਿਹਦਾ ਨਾਮ ਲੈ ਰਹੇ ਨੇ। ਜੀ ਤੇ ਅੱਜ ਉਹਨਾਂ ਨੂੰ ਲੈ ਕੇ ਫਿਰ ਉਹ ਮੈਚ ਜਿੱਤਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਖਿਡਾਰੀਆਂ ਨੂੰ। ਜੀ ਉਹ ਕਿਵੇਂ ਹੋਵੇਗਾ? ਜੀ ਨਵਜੋਤ ਸਿੰਘ ਸਿੱਧੂ ਦਾ ਟਵਿੱਟਰ ਅਕਾਊਂਟ ਵੀ ਤਕਰੀਬਨ ਚੁੱਪ ਹੈ ਜੀ ਜਿਸ ਦਿਨ ਦਾ ਉਹਨਾਂ ਨੇ ਸਹੁੰ ਚੁੱਕੀ ਹੈ ਜਾਂ ਉਹਨਾਂ ਦਾ ਪ੍ਰਧਾਨ ਬਣਨਾ ਪੱਕਾ ਹੋਇਆ। ਨਹੀਂ ਮਤਲਬ ਕੁਰਸੀ ਮਿਲ ਗਈ ਹੈ ਤਾਂ ਹੁਣ ਮੈਨੂੰ ਲੱਗਦਾ ਕਿ ਬੋਲਣ ਦੀ ਅਜੇ ਇਸ ਕੁਰਸੀ ਦੀ ਬਹੁਤੀ ਅਹਿਮੀਅਤ ਨਹੀਂ। ਇਸ ਕੁਰਸੀ ਤੇ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਰਹਿ ਚੁੱਕੇ ਨੇ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਉਹਨਾਂ ਨੂੰ ਨਾਮ ਵੀ ਉਹਨਾਂ ਦੇ ਯਾਦ ਨਹੀਂ। ਜੀ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਵਿੱਚ ਗਿਣਤੀ ਕਰਾਉਣੀ ਚਾਹਣਗੇ ਜਾਂ ਵਾਕਿਆ ਕੋਈ ਨਾਮਣਾ ਖੱਟਣਾ ਚਾਹਣਗੇ। ਜੀ ਟਵਿੱਟਰ ਤੇ ਉਹਨਾਂ ਨੇ ਸਿਰਫ ਰਾਹੁਲ ਗਾਂਧੀ ਦੀ ਟਰੈਕਟਰ ਵਾਲੀ ਫੋਟੋ ਪਾ ਕੇ ਕਿਸਾਨਾਂ ਨਾਲ ਸੁਰਤਾ ਦੀ ਗੱਲ ਕੀਤੀ ਹੈ। ਜੀ ਉਹ ਪਿਆਸੇ ਵਾਲੀ ਗੱਲ, ਕੂਏ ਵਾਲੀ ਗੱਲ ਤੋਂ ਹੁਣ ਪਿਛਾਂਹ ਮੁੜ ਗਏ ਨੇ। ਉਹਨਾਂ ਕਿਹਾ ਕਿ ਮੈਂ ਨੰਗੇ ਪੈਰੀਂ ਜਾਣ ਨੂੰ ਤਿਆਰ ਹਾਂ। ਇੰਨੀ ਕੁ ਗੱਲ ਕਿਸਾਨਾਂ ਪ੍ਰਤੀ ਉਹਨਾਂ ਨੇ ਕੀਤੀ ਹੈ। ਬਾਕੀ ਉਹਨਾਂ ਨੇ ਜਿੰਨੇ ਮੁੱਦੇ ਉਹਨਾਂ ਨੇ ਪਹਿਲਾਂ ਉਠਾਏ ਸੀ ਜੀ ਉਹਨਾਂ ਵਿੱਚੋਂ ਸ਼ਾਇਦ ਉਹਨਾਂ ਨੂੰ ਹੁਣ ਜਾਂ ਭੁੱਲ ਗਏ ਨੇ ਤੇ ਜਾਂ ਯਾਦ ਕਰਾਉਣ ਵਾਲੇ ਨੇ ਵੀ ਆ ਵੀ ਹੈਗੇ ਨੇ ਮੁੱਦੇ। ਠੀਕ ਕੁਲਦੀਪ ਜੀ, ਆਪਾਂ ਇਸ ਪ੍ਰੋਗਰਾਮ 'ਚ ਵਿਚਾਰਾਂ ਤੇ ਚਰਚਾ ਜਾਰੀ ਰੱਖਾਂਗੇ ਪਰ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਪੈਗਸਿਸ ਦਾ ਮਾਮਲਾ ਜਿਹੜਾ ਬੜਾ ਭਖਿਆ ਹੋਇਆ ਸੀ, ਸਰਕਾਰ ਚੁੱਪ ਹੋ ਗਈ ਹੈ ਪਰ ਬੰਗਾਲ ਸਰਕਾਰ ਕੁਝ ਕਰ ਰਹੀ ਹੈ। ਕੀ ਕਰ ਰਹੀ ਹੈ ਭਲਾ ਉਹ? ਦੋ ਪਹਿਲੂ ਨੇ। ਕੇਂਦਰ ਨੇ ਤਾਂ ਚੁੱਪ ਹੋਣਾ ਹੀ ਸੀ। ਜੀ ਉਹ ਤੇ ਬੈਸਟ ਤਰੀਕਾ ਉਹਨਾਂ ਕੋਲ ਇਹੋ ਸੀ ਕਿ ਇਸ ਮਾਮਲੇ ਤੇ ਚੁੱਪ ਵੱਟ ਲਓ ਤੇ ਸਾਨੂੰ ਕੋਈ ਜਵਾਬ ਨਾ ਦੇਣਾ ਪਏ। ਜੀ ਤੇ ਜਿਸ ਤਰ੍ਹਾਂ ਦੇ ਜਵਾਬ ਦਿੱਤੇ ਨੇ, ਫਿਰ ਉਹੀ ਗੱਲ ਕਿ ਸਵਾਲ ਪੁੱਛਣ ਵਾਲੇ ਕਿੰਨੇ ਕੁ ਨੇ ਜੀ ਤੇ ਉਹਨਾਂ ਦੀ ਤਾਕਤ ਕਿੰਨੀ ਕੁ ਹੈ। ਜੀ ਉਹਨਾਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਇਸ ਤੇ ਕੋਈ ਬਹੁਤੀ ਗੱਲ ਕਰਨੀ ਵਾਜਬ ਨਹੀਂ ਸਮਝੀ। ਜੀ ਇਸ ਤੇ ਦਿਗਵਿਜੇ ਸਿੰਘ, ਕਾਂਗਰਸ ਦੇ ਸਾਬਕਾ ਆਗੂ, ਮੌਜੂਦਾ ਆਗੂ ਵੀ ਹੈਗੇ ਆ, ਜੀ ਉਹਨਾਂ ਨੇ ਕਈ ਸਾਲ ਪਹਿਲਾਂ ਸਰਕਾਰ ਨੂੰ ਇਹ ਸਵਾਲ ਕੀਤਾ ਸੀ ਕਿ ਸਾਨੂੰ ਦੱਸੋ ਤੁਸੀਂ ਆ ਸਪਾਈਵੇਅਰ ਹੈਕਿੰਗ ਸੌਫਟਵੇਅਰ ਵਰਤ ਰਹੇ ਹੋ ਕਿ ਨਹੀਂ ਵਰਤ ਰਹੇ ਹੋ। ਜੀ ਤੇ ਸਰਕਾਰ ਉਸ ਵੇਲੇ ਵੀ ਚੁੱਪ ਸੀ। ਜੀ ਨਹੀਂ ਅਸੀਂ ਨਹੀਂ ਵਰਤ ਰਹੇ। ਜੀ ਹੁਣ ਸਰਕਾਰ ਨੇ ਇਹ ਤਾਂ ਕਿਹਾ ਨਹੀਂ ਕਿ ਅਸੀਂ ਨਹੀਂ ਵਰਤ ਰਹੇ। ਜੀ ਜਿਹੜੀ ਉਹ ਕੰਪਨੀ ਹੈ, ਜਦੋਂ ਰੌਲਾ ਪਿਆ ਦੁਨੀਆ ਭਰ ਦੇ ਵਿੱਚ ਰੌਲਾ ਪਿਆ, ਇਕੱਲੇ ਭਾਰਤ ਵਿੱਚ ਨਹੀਂ ਪਿਆ। ਪਹਿਲੀ ਤਾਂ ਇਹ ਗੱਲ ਹੈ। ਜੀ ਜਿਵੇਂ ਕਈ ਵਾਰੀ ਇਸ ਤਰ੍ਹਾਂ ਦੀਆਂ ਇੰਟਰਨੈਸ਼ਨਲ ਗੱਲਾਂ ਆ ਜਾਂਦੀਆਂ ਨੇ, ਕਈ ਆਫਸ਼ੋਰ ਡੀਲਸ ਜਾਂ ਸਵਿਸ ਬੈਂਕ ਖਾਤੇ ਜਾਂ ਕਈ ਇਸ ਤਰ੍ਹਾਂ ਦੇ ਪਨਾਮਾ ਕਾਂਡ ਹੋਇਆ ਸੀ, ਪਨਾਮਾ ਲੀਕਸ ਹੋਈਆਂ ਸੀ। ਜੀ ਕਈ ਦੇਸ਼ਾਂ ਦੇ ਆਗੂਆਂ ਦੇ ਨਾਮ ਆ ਜਾਂਦੇ ਨੇ, ਫਿਰ ਸਾਰਿਆਂ ਦੇਸ਼ਾਂ 'ਚ ਰੌਲਾ ਪੈਂਦਾ, ਇਕੱਠੇ ਹੋ ਕੇ ਪੈਂਦਾ। ਫਿਰ ਜੀ ਇਸੇ ਤਰ੍ਹਾਂ ਇਹਦਾ ਵੀ ਪਿਆ ਹੋਇਆ, ਕਈ ਦੇਸ਼ਾਂ ਵਿੱਚ ਪਿਆ ਹੋਇਆ। ਜੀ ਕਿਹਦੀ ਜਸੂਸੀ ਹੋਈ ਆ? ਫਰਾਂਸ ਦੇ ਰਾਸ਼ਟਰਪਤੀ ਤੱਕ ਦਾ ਨਾਮ ਆਉਂਦਾ ਰਿਹਾ ਜੀ ਤੇ ਪ੍ਰਸ਼ਾਂਤ ਕਿਸ਼ੋਰ, ਰਾਹੁਲ ਗਾਂਧੀ ਦਾ ਪਤਾ ਨਹੀਂ ਹੋਰ ਕਿੰਨੇ ਕੁ ਦੇ ਨਾਮ, ਤੇ ਬੀਜੇਪੀ ਦੇ ਆਪਣੇ ਆਗੂ ਵੀ ਉਸ ਵਿੱਚ ਸ਼ਾਮਲ ਸੀ। ਜੀ ਤੇ ਬੀਜੇਪੀ ਦੇ ਕਈ ਆਗੂ, ਸਥਾਨਕ ਆਗੂ ਇਹ ਕਹਿੰਦੇ ਵੀ ਸੁਣੇਗਾ, ਦੇਖੋ ਇਹਦਾ ਵੀ ਤੇ ਸਾਡੇ ਆਗੂਆਂ ਦਾ ਵੀ ਨਾਮ ਹੈ। ਇਹ ਏਡੀ ਵੱਡੀ ਕਿਹੜੀ ਗੱਲ ਹੈ? ਜੀ ਪਤਾ ਨਹੀਂ ਕਿਹਨ ਕਰਵਾਈ ਹੋਵੇਗੀ। ਜੀ ਜਦੋਂ ਜਸੂਸੀ ਕਰਨ ਤੇ ਕੋਈ ਆ ਜਾਵੇ ਤਾਂ ਫਿਰ ਘਰਦਿਆਂ ਦੀ ਵੀ ਕਈ ਵਾਰੀ ਕਰਨੀ ਪੈਂਦੀ ਹੈ, ਜੀ ਕਿਉਂਕਿ ਧਿਆਨ ਤਾਂ ਉਹਨਾਂ ਦਾ ਵੀ ਰੱਖਣਾ ਕਿ ਕੀ ਸੋਚ ਰਹੇ ਨੇ। ਜੀ ਸੋ ਇਹ ਕੋਈ ਰੈਲੇਵੈਂਟ ਜਵਾਬ ਨਹੀਂ। ਜੀ ਉਹ ਕੰਪਨੀ ਕਹਿੰਦੀ ਹੈ ਕਿ ਅਸੀਂ ਸੌਫਟਵੇਅਰ ਵੇਚਦੇ ਹਾਂ ਜ਼ਿੰਮੇਵਾਰ ਸਰਕਾਰਾਂ ਨੂੰ ਦੁਨੀਆ ਭਰ ਦੇ ਵਿੱਚ, ਜੀ ਜਿਨ੍ਹਾਂ ਨੂੰ ਉਹ ਆਪਣੀ ਅੰਦਰੂਨੀ ਸੁਰੱਖਿਆ ਲਈ ਵਰਤ ਸਕਦੇ ਨੇ, ਭਾਵ ਦੇਸ਼ ਦੀ ਸੁਰੱਖਿਆ ਜਾਂ ਕੋਈ ਫੌਜ ਦੇ ਮਸਲੇ ਨੇ ਜਾਂ ਕੋਈ ਹੋਰ ਹੈ। ਜੀ ਪਰ ਆਮ ਨਾਗਰਿਕਾਂ ਤੇ ਵਰਤਣ ਲਈ ਅਸੀਂ ਉਹਨਾਂ ਨੂੰ ਨਹੀਂ ਦਿੰਦੇ। ਪਰ ਜ਼ਿੰਮੇਵਾਰ ਕਹਿਣ ਤੋਂ ਭਾਵ ਉਹਨਾਂ ਦਾ ਕਿ ਅਸੀਂ ਸਰਕਾਰਾਂ ਤੋਂ ਕੋਈ ਨਾ ਕੋਈ ਕੰਟਰੈਕਟ ਸਾਈਨ ਕਰਵਾਉਂਦੇ ਹੋਵਾਂਗੇ ਜੀ ਤੇ ਸਰਕਾਰਾਂ ਉਹਨੂੰ ਉਸ ਹਿਸਾਬ ਨਾਲ ਵਰਤਦੀਆਂ ਹੋਣਗੀਆਂ। ਜੀ ਕੋਈ ਇਸ ਤਰ੍ਹਾਂ ਦੀ ਭਾਰਤ ਵਿੱਚ ਕੋਈ ਡਿਟੇਲ ਸਾਹਮਣੇ ਨਹੀਂ ਹੈ ਕਿ ਸਰਕਾਰ ਨੇ ਲਿਆ ਤੇ ਉਹਨਾਂ ਤੋਂ ਕੀ ਕਹਿ ਕੇ ਲਿਆ। ਜੀ ਇਜ਼ਰਾਈਲ ਵਾਲੇ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਕੋਈ ਬਹੁਤਾ ਅਸੀਂ ਦੱਸਣਾ ਨਹੀਂ ਚਾਹੁੰਦੇ ਕਿ ਕਿਹਨੂੰ ਦਿੱਤਾ, ਪਰ ਅਸੀਂ ਵੇਚਦੇ ਹਾਂ। ਜੀ ਤੇ ਸੌਫਟਵੇਅਰ ਇਸ ਤਰ੍ਹਾਂ ਦਾ, ਜਿਵੇਂ ਇੱਕ ਦਿਨ ਅੱਗੇ ਦੱਸਿਆ ਸੀ ਕਿ ਫੋਨ ਵਿੱਚ ਪਾ ਦਿੱਤਾ ਜਾਂਦਾ ਹੈ ਜੀ ਕਈ ਤਰੀਕਿਆਂ ਨਾਲ, ਤੇ ਫਿਰ ਸਾਰੀ ਜਾਣਕਾਰੀ ਜਿਹੜੀ ਆਪਣੇ ਆਪ ਕੱਢ ਕੇ ਭੇਜਦਾ ਰਹਿੰਦਾ ਹੈ। ਜੀ ਸਭ ਕੁਝ ਚੈਟਿੰਗ ਸਭ ਕੁਝ ਜਾਂਦਾ ਹੈ। ਜੀ ਹੁਣ ਕੰਪਨੀ ਨੇ ਤੇ ਜਦੋਂ ਹੋਰ ਦਬਾਅ ਪਿਆ ਕਿ ਦੱਸੋ ਕਿਸ ਤਰ੍ਹਾਂ ਦੀ ਇਹ ਹੈਕਿੰਗ ਹੈ, ਜੀ ਤੇ ਉਹ ਕਹਿੰਦੇ ਕਿ ਦੇਖੋ ਅਸੀਂ ਤੇ ਇੱਕ ਵਸਤ ਬਣਾਈ ਹੈ, ਜੀ ਜਿਵੇਂ ਇੱਕ ਕਾਰ ਬਣਾਉਂਦੀ ਹੈ ਕੰਪਨੀ, ਜੀ ਤੇ ਉਹ ਇਹ ਤਾਂ ਨਹੀਂ ਨਾ ਯਕੀਨੀ ਬਣਾ ਸਕਦੀ ਕਿ ਕੋਈ ਡਰਾਈਵਰ ਇਸ ਨੂੰ ਚਲਾਉਂਦਾ ਕਿਵੇਂ, ਜਾਂ ਸ਼ਰਾਬ ਪੀ ਕੇ ਚਲਾਉਂਦਾ ਜਾਂ ਕਿਸੇ ਤਰੀਕੇ ਚਲਾਉਂਦਾ। ਅਸੀਂ ਤੇ ਬਸ ਬਣਾ ਦਿੱਤਾ ਹੈ ਜੀ ਤੇ ਕੋਈ ਇਹਨੂੰ ਹੁਣ ਮਾੜੇ ਕੰਮ ਲਈ ਵਰਤਦਾ ਤੇ ਸਾਨੂੰ ਨਹੀਂ ਇਸ ਗੱਲ ਦਾ ਪਤਾ। ਜੀ
ਚਲੋ ਆਪਣੇ ਥਾਂ ਬੜਾ ਉਹਨਾਂ ਨੇ ਰਾਜਨੀਤੀ ਨਾਲ ਭਰਪੂਰ ਜਵਾਬ ਦਿੱਤਾ ਹੈ, ਜੀ ਪਰ ਭਾਰਤ ਵਾਲਿਆਂ ਨੇ ਫੇਰ ਵੀ ਇਸ ਤੋਂ ਗਾਂਹ ਕੋਈ ਕਲੈਰੀਫਾਈ ਨਹੀਂ ਕੀਤਾ। ਜੀ ਸਰਕਾਰ ਦਬਾਅ ਹੇਠ ਆਈ ਨਹੀਂ, ਉਹਨਾਂ ਤੇ ਦਬਾਅ ਇੰਨਾ ਬਣ ਨਹੀਂ ਸਕਿਆ। 2-3 ਦਿਨ ਪਾਰਲੀਮੈਂਟ ਠੱਪ ਹੋਈ ਰਹੀ ਹੈ, ਜੀ ਪਰ ਸਰਕਾਰ ਕੋਈ ਜਵਾਬਦੇਹ ਬਣੀ ਨਹੀਂ ਇਸ ਮਾਮਲੇ ਤੇ, ਆਪਣੇ ਬਿੱਲ ਪਾਸ ਕਰਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ। ਜੀ ਪਰ ਭਾਰਤ ਦੇ ਵਿੱਚ ਚੈਲੰਜ ਜੇ ਕੋਈ ਕੇਂਦਰ ਸਰਕਾਰ ਨੂੰ ਇਸ ਵੇਲੇ ਆਪਣੇ ਤੌਰ ਤੇ ਠੋਕ ਕੇ ਕਰ ਰਿਹਾ ਹੈ ਜੀ ਤੇ ਉਹ ਮਮਤਾ ਬੈਨਰਜੀ ਹੈ। ਜੀ ਮਮਤਾ ਬੈਨਰਜੀ ਨੇ ਹੋਰ ਵੀ ਕਈ ਫੈਸਲੇ ਲਏ ਰਾਜਪਾਲ ਦੇ ਮਾਮਲੇ ਦੇ ਵਿੱਚ ਵੀ, ਤੇ ਉਹਨਾਂ ਨੇ ਆਪਣੇ ਤੌਰ ਤੇ ਕੁਝ ਇਹੋ ਜਿਹੇ ਕੰਮ ਕੀਤੇ ਜੋ ਕੇਂਦਰ ਸਰਕਾਰ ਨੂੰ ਚੰਗੇ ਤਾਂ ਨਹੀਂ ਲੱਗਦੇ। ਜੀ ਤੀਜੀ ਧਿਰ ਬਣਨ ਦੀ ਵੀ ਕੋਸ਼ਿਸ਼ ਹੋ ਰਹੀ ਹੈ ਕਿਤੇ ਕਿਤੇ ਭਾਰਤ ਵਿੱਚ, ਜੀ। ਤੇ ਮਮਤਾ ਬੈਨਰਜੀ ਦਾ ਨਾਮ ਉੱਥੇ ਵੀ ਮੋਹਰਲੀ ਕਤਾਰ ਵਿੱਚ ਹੈ। ਮਤਲਬ ਮੋਦੀ ਨੂੰ ਟੱਕਰ ਦੇਣ ਦੀ ਤਿਆਰੀ। ਬਿਲਕੁਲ। ਤੇ ਹੁਣ ਉਹਨਾਂ ਨੇ ਇੱਕ ਜਾਂਚ ਕਮੇਟੀ ਕਮਿਸ਼ਨ ਜਿਹੜਾ ਹੈ ਮਮਤਾ ਬੈਨਰਜੀ ਨੇ ਖੁਦ ਬਣਾ ਦਿੱਤਾ। ਜੀ ਸਟੇਟ ਬਣਾ ਸਕਦੀ ਹੈ ਕਿ ਨਹੀਂ ਬਣਾ ਸਕਦੀ ਇਹ ਉਹਨਾਂ ਨੂੰ ਪਤਾ ਹੋਏਗਾ ਅਧਿਕਾਰ ਖੇਤਰ ਵਿੱਚ ਹੈ ਕਿ ਨਹੀਂ, ਜੀ ਪਰ ਉਹਨਾਂ ਨੇ ਇਹ ਕਹਿ ਕੇ ਬਣਾ ਦਿੱਤੀ ਹੈ ਜਾਂਚ ਕਮੇਟੀ ਤੇ ਕਮਿਸ਼ਨ, ਜਿਸ ਦੇ 2 ਮੈਂਬਰ ਹੋਣਗੇ ਤੇ ਸਾਬਕਾ ਜੱਜ ਨੇ ਉਹ ਅਦਾਲਤਾਂ ਦੇ। ਉਹਨਾਂ ਨੂੰ ਇਹ ਕਹਿ ਕੇ ਲਾ ਦਿੱਤਾ ਗਿਆ ਕਿ ਕਿਉਂਕਿ ਇਸ ਸੂਚੀ ਦੇ ਵਿੱਚ ਬੰਗਾਲ ਦੇ ਲੋਕਾਂ ਦਾ ਨਾਮ ਵੀ ਸੀ ਜਿਨ੍ਹਾਂ ਦੀ ਜਸੂਸੀ ਜਿਹੜੀ ਕੀਤੀ ਜਾਂਦੀ ਸੀ, ਜੀ ਤੇ ਇਸ ਕਰਕੇ ਸਾਨੂੰ ਪੂਰਾ ਹੱਕ ਹੈ ਕਿ ਅਸੀਂ ਇਸ ਦੀ ਜਾਂਚ ਕਰਵਾਈਏ ਕਿ ਕਿਹਦੀ ਜਸੂਸੀ ਕਿਵੇਂ ਹੋ ਰਹੀ ਸੀ ਤੇ ਕਿਸ ਤਰ੍ਹਾਂ ਕੀਤੀ ਗਈ। ਜੀ ਹੁਣ ਜੇ ਕਮਿਸ਼ਨ ਉਹ ਬਣਾ ਵੀ ਦਿੰਦੇ ਨੇ, ਕਮਿਸ਼ਨ ਕਿੰਨੀ ਦੇਰ 'ਚ ਰਿਪੋਰਟ ਸੌਂਪਦਾ ਹੈ, ਨਹੀਂ ਸੌਂਪਦਾ, ਜਾਂ ਜਿੱਥੋਂ ਕਮਿਸ਼ਨ ਨੂੰ ਜਾਣਕਾਰੀ ਚਾਹੀਦੀ ਹੈ ਕੀ ਕੇਂਦਰ ਸਰਕਾਰ ਉਹਨਾਂ ਨੂੰ ਜਾਣਕਾਰੀ ਦੇਵੇਗੀ? ਜੀ ਇਹ ਸਾਰੇ ਤਕਨੀਕੀ ਪੱਖ ਨੇ, ਜੀ ਲੰਬਾ ਪ੍ਰੋਸੀਜਰ ਚੱਲੇਗਾ। ਜੀ ਪਰ ਮਮਤਾ ਬੈਨਰਜੀ ਨੇ ਇੱਕ ਪਹਿਲ ਜ਼ਰੂਰ ਕੀਤੀ ਹੈ, ਉਹ ਜਾਂਚ ਕਰਵਾਉਣਗੇ। ਜੀ ਤੇ ਜਾਂਚ ਕਰਵਾਉਣ ਦਾ ਫੈਸਲਾ ਹੀ ਲੈਣਾ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਸਟਰੋਂਗ ਫੈਸਲਾ ਉਹਨਾਂ ਦਾ। ਕੇਂਦਰ ਸਰਕਾਰ ਇਸ ਤੇ ਕੋਈ ਜਵਾਬ ਦੇ ਅਜੇ ਬਣ ਨਹੀਂ ਸਕਦੀ, ਪਰ ਸਾਡੇ ਦੇਸ਼ ਦੇ ਵਿੱਚ ਇਹ ਅਜੇ ਜਾਂਚ ਨਹੀਂ ਹੋ ਰਹੀ ਕਿਸੇ ਪਾਸਿਓਂ ਵੀ। ਜੀ ਪਰ ਕਈ ਦੇਸ਼ਾਂ ਵਿੱਚ ਸਮੇਤ ਇਜ਼ਰਾਈਲ ਹੋਰਨਾਂ ਦੇਸ਼ਾਂ ਦੇ ਵਿੱਚ ਇਸ ਤੇ ਇਨਵੈਸਟੀਗੇਸ਼ਨ ਚੱਲ ਪਈ ਹੈ ਤੇ ਉਸ ਤੇ ਜਾਂਚ ਆਲਰੇਡੀ ਕੀਤੀ ਜਾ ਰਹੀ ਹੈ, ਤਾਂ ਕਿ ਪਤਾ ਲੱਗ ਸਕੇ ਕਿ ਜਸੂਸੀ ਸੌਫਟਵੇਅਰ ਨੇ ਕਿਹਦੇ ਰਾਜ਼ ਜਿਹੜੇ ਨੇ ਪਾਸ਼ ਕੀਤੇ। ਜੀ ਤੇ ਗੱਲ ਹੁਣ ਮੌਨਸੂਨ ਸੈਸ਼ਨ ਦੀ ਕਰਦੇ ਹਾਂ। ਸਰਕਾਰ ਖੇਤੀ ਕਾਨੂੰਨਾਂ ਤੋਂ ਇਲਾਵਾ ਬਿਜਲੀ ਸੋਧ ਬਿੱਲ ਲਿਆਉਣ ਦੀ ਤਿਆਰੀ ਦੇ ਵਿੱਚ ਹੈ। ਇਹ ਬਿਜਲੀ ਸੋਧ ਬਿੱਲ ਹੈ ਕੀ ਹੈ? ਬਿਜਲੀ ਸੋਧ ਬਿੱਲ ਬੇਸਿਕਲੀ ਜਿਵੇਂ ਖੇਤੀ ਕਾਨੂੰਨ ਬਿੱਲ ਲਿਆਂਦੇ ਗਏ ਨਾ, ਜੀ ਜਿਸ ਨੂੰ ਜਿਵੇਂ ਕਹਿ ਲਓ ਕਿ ਕੌੜੀ ਗੋਲੀ ਕਿਸੇ ਨੂੰ ਰਸਗੁੱਲੇ ਦੇ ਵਿੱਚ ਪਾ ਕੇ ਦੇਣੀ ਹੋਵੇ, ਜੀ ਇਸ ਤਰ੍ਹਾਂ ਖੇਤੀ ਕਾਨੂੰਨਾਂ ਨੂੰ ਦੱਸਿਆ ਕਿਸਾਨਾਂ ਨੇ, ਤਾਂ ਜੀ ਮਾਹਿਰਾਂ ਨੇ ਵੀ ਦੱਸਿਆ ਜੀ ਕਿ ਹੌਲੀ ਹੌਲੀ ਇਹ ਸਭ ਕੁਝ ਹਥਿਆਉਣ ਦਾ ਯਤਨ ਹੈ ਤੇ ਕਾਰਪੋਰੇਟ ਦੀ ਝੋਲੀ ਵਿੱਚ ਪਾਉਣ ਦਾ ਕੰਮ ਹੈ। ਜੀ ਇਸੇ ਤਰ੍ਹਾਂ ਇਹ ਇੱਕ ਸਧਾਰਨ ਲਫ਼ਜ਼ਾਂ ਦੇ ਵਿੱਚ ਮੈਂ ਆਪ ਜੀ ਨੂੰ ਸਮਝਾ ਸਕਾਂ ਕਿ ਬਿਜਲੀ ਸੋਧ ਬਿੱਲ ਇਸ ਤਰ੍ਹਾਂ ਸਰਕਾਰ ਜਿਹੜੀ ਹੈ ਉਹ ਕਰ ਰਹੀ ਹੈ ਕਿ ਜਿਵੇਂ ਅਸੀਂ ਹੁਣ ਫੋਨ ਤੇ ਖਰੀਦ ਲੈਂਦੇ ਆ ਨਵਾਂ, ਜੀ ਪਰ ਅਸੀਂ ਕਨੈਕਸ਼ਨ ਕਿਹੜੀ ਕੰਪਨੀ ਦਾ ਲੈਣਾ ਹੈ, ਸਿਮ ਕਿਹੜੀ ਕੰਪਨੀ ਦੀ ਪਾਉਣੀ ਹੈ, ਜੀ ਉਹ ਸਾਡੀ ਆਪਣੀ ਮਰਜ਼ੀ ਹੈ। ਜੀ ਸਾਡੇ ਕੋਲ ਇੱਕ ਤੋਂ ਵੱਧ ਆਪਸ਼ਨ ਹੋਵੇਗੀ ਕਿ ਅਸੀਂ A ਕੰਪਨੀ ਦਾ ਲੈਣਾ ਹੈ, B ਦਾ, C ਦਾ ਕਿ D ਦਾ ਜਾਂ E ਦਾ। ਜੀ ਹੁਣ ਸਰਕਾਰ ਇਹਨੂੰ ਬਿਜਲੀ ਨੂੰ ਵੀ ਤਕਰੀਬਨ ਇਸ ਦੀ ਟਰਾਂਸਮਿਸ਼ਨ ਵਾਸਤੇ, ਇਸ ਦੀ ਡਿਸਟ੍ਰੀਬਿਊਸ਼ਨ ਵਾਸਤੇ ਇੱਕ ਲਾਇਸੈਂਸ ਨੂੰ ਡੀ ਲਾਇਸੈਂਸਿੰਗ ਕਰਨਾ ਚਾਹੁੰਦੀ ਕਿ ਕੋਈ ਲਾਇਸੈਂਸ ਖਾਸ ਲੈਣ ਦੀ ਲੋੜ ਨਹੀਂ, ਅੱਗੇ ਸਿਰਫ ਕੁਝ ਸੀਮਿਤ ਕੰਪਨੀਆਂ ਤੇ ਜਾਂ ਸਰਕਾਰੀ ਅਦਾਰਿਆਂ ਨੂੰ ਹੀ ਇਹ ਖੁੱਲ੍ਹ ਸੀ ਕੋਈ ਇਸ ਤਰ੍ਹਾਂ ਇੱਕ ਬਿਜਲੀ ਦੀ ਡਿਸਟ੍ਰੀਬਿਊਸ਼ਨ ਕਰ ਸਕਦੇ ਨੇ। ਹੁਣ ਇਸ ਨੂੰ ਖੋਲ੍ਹਣ ਦੀ ਗੱਲ ਕਰ ਰਹੀ ਹੈ ਸਰਕਾਰ ਕਿ ਇਸ ਨੂੰ ਖੋਲ੍ਹ ਦੇਣਾ। ਤੇ ਖੋਲਣ ਨਾਲ ਫਾਇਦਾ ਕਿਹਨੂੰ ਹੋਣਾ? ਫਾਇਦਾ ਇਹੋ ਹੀ ਹੈ ਕਿ ਅਜੇ ਉਸ ਤੇ ਥੋੜੀ ਜਿਹੀ ਗੱਲ ਕਰਦੇ ਆ, ਪਰ ਸਿਰਫ ਇੰਨਾ ਹੋਣਾ ਹੈ, ਸਰਕਾਰ ਇਹ ਕਹਿ ਰਹੀ ਹੈ ਕਿ ਉਹਨਾਂ ਕੋਲ ਆਪਸ਼ਨ ਹੋਵੇਗੀ, ਜਿਵੇਂ ਕਹਿੰਦੇ ਨੇ ਕਿ ਮੰਡੀ 'ਚ ਤੁਸੀਂ ਜਿੱਥੇ ਮਰਜ਼ੀ ਜਾ ਕੇ ਤੁਸੀਂ ਭਾਵੇਂ ਕਿਤੇ ਵੇਚੋ, ਹਾਂਜੀ ਇਸ ਤਰ੍ਹਾਂ ਤੁਹਾਨੂੰ ਆਪਸ਼ਨ ਹੋਏਗੀ ਕਿ ਤੁਹਾਨੂੰ ਕੋਈ ਰੋਕ ਨਹੀਂ ਸਕੇਗਾ ਜਿੱਥੇ ਮਰਜ਼ੀ। ਪਰ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਆਪਸ਼ਨ ਹੋਏਗੀ ਗਾਹਕ ਦੇ ਕੋਲ ਕਿ ਜਿਹੜੀ ਮਰਜ਼ੀ ਕੰਪਨੀ ਦਾ ਕਨੈਕਸ਼ਨ ਲੈ ਸਕੇਗਾ। ਹੁਣ ਸਰਕਾਰ ਇਸ ਦਾ ਮਤਲਬ ਇਹ ਹੈ ਕਿ ਫਾਇਦਾ ਕਿਸ ਨੂੰ ਹੋਵੇਗਾ? ਜ਼ਾਹਿਰਾ ਤੌਰ ਤੇ ਕਸਟਮਰ ਨੂੰ ਹੋ ਸਕਦਾ ਫਾਇਦਾ ਹੋਵੇ, ਪਰ ਜੇ ਉਹ ਹੈਲਦੀ ਕੰਪੀਟੀਸ਼ਨ ਹੋਵੇ ਫੇਰ ਹੀ ਫਾਇਦਾ ਹੋਵੇਗਾ। ਕਿੰਨੀਆਂ ਉਦਾਹਰਨਾਂ ਨੇ, ਮੈਂ ਕੰਪਨੀਆਂ ਦੇ ਨਾਮ ਨਹੀਂ ਲੈਣੇ ਚਾਹੁੰਦਾ, ਜਿਹੜੀਆਂ ਭਾਰਤ ਦੇ ਲੋਕਾਂ ਨੂੰ ਕਈ ਸਾਲ ਹਾਈ ਰੇਟ ਦੇ ਨਾਲ ਟੈਲੀਕਮਿਊਨੀਕੇਸ਼ਨ ਦੇ ਵਿੱਚ ਮੋਬਾਈਲ ਫੋਨ ਕੰਪਨੀਆਂ ਜਿਹੜੀਆਂ ਸੀ ਉਹ ਜੇਬਾਂ 'ਚੋਂ ਪੈਸੇ ਕੱਢਦੀਆਂ ਰਹੀਆਂ ਲੋਕਾਂ ਦੇ। ਫਿਰ ਜਦੋਂ ਤੱਕ ਇੱਕ ਦੋ ਹੋਰ ਕੰਪਨੀਆਂ ਕੰਪੀਟੀਸ਼ਨ ਦੇ ਵਿੱਚ ਸਹੀ ਮੈਨੇਜ ਕੰਪੀਟੀਸ਼ਨ 'ਚ ਨਹੀਂ ਆਈਆਂ ਤੇ ਫਿਰ ਉਦੋਂ ਤੱਕ ਰੇਟ ਘੱਟ ਨਹੀਂ ਹੋਏ। ਤੇ ਜਦੋਂ ਉਹ ਕੰਪਨੀਆਂ ਵੀ ਆ ਗਈਆਂ ਫਿਰ ਹੌਲੀ ਹੌਲੀ ਸੁਰ ਉਹਨਾਂ ਦੇ ਰਲ ਗਏ ਤੇ ਉਹਨਾਂ ਨੇ ਕਿਹਾ ਕਿਉਂ ਸਸਤਾ ਦਿੰਦੇ ਹੋ ਭਾਈ, ਤੁਸੀਂ ਵੀ ਰੇਟ ਇੰਨਾ ਕਰੋ, ਅਸੀਂ ਵੀ ਕਰਦੇ ਹਾਂ, ਹੁਣ ਸਾਰਿਆਂ ਦੇ ਇੱਕ ਬਰਾਬਰ ਨੇ, ਮਤਲਬ ਰਲ ਮਿਲ ਕੇ ਖਾਂਦੇ ਆ, ਫ੍ਰੀ ਦਾ ਜਿਹੜਾ ਲਾਲਚ ਦੇ ਕੇ ਤੇ ਹੁਣ ਸਾਰੇ ਜਿਹੜੇ ਨੇ ਉਹ ਬਰਾਬਰ ਰੇਟ ਕਰ ਦਿੱਤੇ ਨੇ। ਮਾੜਾ ਮੋਟਾ ਫਰਕ ਹੋਏਗਾ, ਪਰ ਜੇ ਕਿਸੇ ਨੂੰ ਨੁਕਸਾਨ ਸਭ ਤੋਂ ਵੱਧ ਹੋਇਆ ਤੇ ਉਹ ਹੋਇਆ ਸਰਕਾਰੀ ਅਦਾਰੇ ਨੂੰ,
BSNL ਭਾਰਤ ਦਾ ਜਿਹੜਾ ਟੈਲੀਕਮਿਊਨੀਕੇਸ਼ਨ ਦਾ ਅਦਾਰਾ ਸੀ ਜੀ ਇਸ ਵੇਲੇ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਹੈ। ਜੀ ਉਸ ਨੂੰ ਬੈਂਡ ਵੇਚ ਕੇ 2G 3G 4G 5G ਸਾਰੇ ਵੇਚ ਕੇ ਕਰੋੜਾਂ ਅਰਬਾਂ ਰੁਪਏ ਸਰਕਾਰ ਨੇ ਤੇ ਝੋਲੀ ਵਿੱਚ ਪਾ ਲਏ ਜੀ ਪ੍ਰਾਈਵੇਟ ਤੋਂ ਲੈ ਕੇ, ਜੀ ਤੇ BSNL ਦੀ ਤਰੱਕੀ ਵਾਸਤੇ ਇੰਨਾ ਵੀ ਉਪਰਾਲਾ ਨਾ ਕੀਤਾ ਗਿਆ। ਜੀ ਸੋ ਬਿਜਲੀ ਸੋਧ ਕਾਨੂੰਨ ਆ ਰਹੇ ਨੇ, ਇਹਨਾਂ ਨੂੰ ਕੀ ਓਪੋਜੀਸ਼ਨ ਰੋਕ ਸਕਦੀ ਆ, ਰੋਕਣ ਦਾ ਦਮ ਉਹਨਾਂ ਵਿੱਚ ਹੈ ਜਾਂ ਨਹੀਂ ਹੈ, ਜੀ ਤੇ ਲੋਕਾਂ ਨੂੰ ਕੀ ਮਿਲੇਗਾ? ਜੀ 2-3 ਸਾਲ ਤਾਂ ਸੁੱਖ ਦਾ ਸਾਹ ਆ ਸਕਦਾ ਹੈ, ਜੀ ਪਰ ਇਨ ਦਾ ਲੌਂਗ ਰਨ ਜੀ ਸਾਨੂੰ ਬੇਸਿਕਲੀ ਉਹੀ ਕੰਮ ਹੋਣਾ ਹੈ ਜੋ ਟੈਲੀਕਮਿਊਨੀਕੇਸ਼ਨ ਦੇ ਵਿੱਚ ਹੋਇਆ ਤੇ ਹੋ ਰਿਹਾ। ਜੀ ਤੇ ਕੁਲਦੀਪ ਜੀ, ਗੱਲ ਹੁਣ ਅਸਮ ਤੇ ਮਿਜ਼ੋਰਮ ਦੀ ਕਰਦੇ ਆ। ਉਧਰ ਝੜਪਾਂ ਹੋ ਰਹੀਆਂ ਨੇ ਤੇ ਝੜਪਾਂ ਸ਼ੁਰੂ ਪਤਾ ਕਦੋਂ ਹੋਈਆਂ? ਜਦੋਂ ਗ੍ਰਹਿ ਮੰਤਰੀ ਉੱਥੇ ਦੌਰਾ ਕਰਕੇ ਆਏ, ਉਸ ਤੋਂ 2 ਦਿਨ ਬਾਅਦ ਉੱਥੇ ਝੜਪਾਂ। ਇਹ ਵਜ੍ਹਾ ਕੀ ਬਣੀ ਹੈ? ਅਸਾਮ ਤੇ ਮਿਜ਼ੋਰਮ ਜੀ ਦੋ ਗੁਆਂਢੀ ਸੂਬੇ ਨੇ, ਜੀ ਤਕਰੀਬਨ 165 ਕਿਲੋਮੀਟਰ ਲੰਬੀ ਸਰਹੱਦ ਹੈ ਇਹਨਾਂ ਦੀ। ਜੀ ਇਹ ਕਾਫੀ ਸਾਲ ਪਹਿਲਾਂ ਅਸਾਮ ਦੇ ਵਿੱਚੋਂ ਹੀ ਕੱਢ ਕੇ ਮਿਜ਼ੋਰਮ ਜਿਹੜਾ ਸੀ ਬਣਾਇਆ ਗਿਆ, ਜੀ ਤੇ ਡਿਸਪਿਊਟ ਬੜਾ ਪੁਰਾਣਾ ਹੈ। ਮਿਜ਼ੋਰਮ ਦੇ ਨਾਲ ਡਿਸਪਿਊਟ ਜਿਹੜਾ ਹੈ ਕਈ ਸਾਲਾਂ ਤੋਂ 1990 ਤੋਂ ਚੱਲ ਰਿਹਾ ਹੈ। ਜੀ ਕਈ ਪੁਆਇੰਟ ਨੇ 15-16 ਬਾਉਂਡਰੀ ਦੇ ਬਾਰਡਰ ਦੇ ਪੁਆਇੰਟ ਨੇ ਜਿੱਥੇ ਕਸ਼ਮਕਸ਼ ਚੱਲਦੀ ਰਹਿੰਦੀ ਹੈ। ਜੀ ਉਹ ਕਹਿੰਦੇ ਨੇ ਸਾਡਾ ਹੈ ਮਿਜ਼ੋਰਮ ਵਾਲੇ, ਤੇ ਅਸਾਮ ਵਾਲੇ ਕਹਿੰਦੇ ਨੇ ਕਿ ਸਾਡਾ ਹੈ। ਜੀ ਹੁਣ ਦੋ ਸੂਬਿਆਂ ਦੀ ਮੈਂ ਗੱਲ ਕਰ ਰਿਹਾ ਪਰਮਿੰਦਰ ਜੀ, ਨੇਪਾਲ ਦੇ ਬਾਰਡਰ ਦੀ ਨਹੀਂ ਮੈਂ ਕਰ ਰਿਹਾ। ਜੀ ਮਿਜ਼ੋਰਮ ਦੇ ਵਿੱਚ ਹੈ ਮਿਜ਼ੋਰਮ ਨੈਸ਼ਨਲ ਫਰੰਟ, ਜੀ ਉਹ NDA ਦਾ ਸਹਿਯੋਗੀ ਹੈ, ਭਾਵ BJP ਦਾ ਸਹਿਯੋਗੀ ਪਾਰਟੀ ਹੈ। ਜੀ ਇੱਧਰ ਭਾਰਤੀ ਜਨਤਾ ਪਾਰਟੀ ਦੀ ਆਪਣੀ ਸਰਕਾਰ ਹੈ NDA। ਜੀ ਅਸਾਮ ਦੇ ਵਿੱਚ ਦੋਨੇ ਪਾਸੇ ਆਪਣੇ ਹੀ ਨੇ, ਜੀ ਪਰ ਰਾਸ ਨਹੀਂ ਰਲ ਰਹੀ। ਪੰਜਾਬ ਦੇ ਵਿੱਚ ਤੇ ਹਰਿਆਣੇ ਵਿੱਚ ਕੀ ਹੈ? ਜੀ ਪਾਣੀਆਂ ਦਾ ਮੁੱਦਾ ਤੇ ਹੋਰ ਹੈ, ਜੀ ਇਹ ਪਾਣੀ ਵਗਦੇ ਨੇ, ਸਾਨੂੰ ਚਾਹੀਦਾ ਹੈ, ਸਾਨੂੰ ਨਹੀਂ ਚਾਹੀਦਾ, ਕੇਸ ਚੱਲ ਰਹੇ ਨੇ। ਜੀ ਪਰ ਚੰਡੀਗੜ੍ਹ ਪੰਜਾਬ ਦਾ, ਕਹਿੰਦੇ ਹੁੰਦੇ ਸੀ ਸੋਹਣਾ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ, ਜੀ ਉਹ ਕਹਾਵਤ ਰਹਿ ਗਈ। ਜੀ ਕੇਂਦਰ ਸਰਕਾਰ ਜੇ ਸਹੀ ਮਾਇਨੇ 'ਚ ਚਾਹਵੇ ਤੇ ਇਸ ਗੱਲ ਨੂੰ ਨਿਬੇੜ ਨਹੀਂ ਸੀ ਸਕਦੀ। ਜੀ ਕਿੱਡੀ ਕੋ ਵੱਡੀ ਗੱਲ ਹੈ। ਕਈ ਹੋਰ ਸੂਬਿਆਂ ਦੇ ਵਿੱਚ ਇਸੇ ਤਰ੍ਹਾਂ ਕਸ਼ਮਕਸ਼ ਚੱਲ ਰਹੀ ਹੈ, ਦਿੱਲੀ ਹਰਿਆਣੇ ਦੀ ਵੀ ਚੱਲ ਰਹੀ ਹੈ। ਜੀ ਇਸੇ ਤਰ੍ਹਾਂ ਦੀਆਂ ਉਦਾਹਰਨਾਂ ਅਗਰ ਗਿਣਾਉਣੀਆਂ ਹੋਣ ਭਾਰਤ ਦੇ ਵਿੱਚ ਤੇ ਪਤਾ ਨਹੀਂ ਕਿੰਨੀਆਂ ਹੋਣਗੀਆਂ। ਜੀ ਪਰ ਇਹ ਮਾੜੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਦੋਵੇਂ ਮੁੱਖ ਮੰਤਰੀ ਜਿਹੜੇ ਸੀ ਅਸਾਮ ਦੇ ਵਿਸ਼ਵਾ ਸ਼ਰਮਾ ਤੇ ਦੂਸਰੇ, ਉਹ ਲੜਦੇ ਰਹੇ, ਜੀ ਇੱਕ ਦੂਸਰੇ ਖਿਲਾਫ ਕਰਦੇ ਰਹੇ। ਪਰ ਸੋਸ਼ਲ ਮੀਡੀਆ ਤੇ ਜੋ ਹੁੰਦਾ ਰਿਹਾ ਸੀ ਉਸ ਦੇ ਪਿੱਠ ਦੇ ਪਿੱਛੇ ਅਸਲ ਗਰਾਊਂਡ ਤੇ ਕੀ ਹੋ ਰਿਹਾ ਸੀ ਉਹ ਕਿਸੇ ਨੇ ਵੇਖਿਆ ਨਹੀਂ। ਜੀ ਗ੍ਰਹਿ ਮੰਤਰੀ ਨੂੰ ਫੋਨ ਲੱਗਦੇ ਰਹੇ, ਸਭ ਕੁਝ ਹੁੰਦਾ ਰਿਹਾ, ਅਪੀਲਾਂ ਹੁੰਦੀਆਂ ਰਹੀਆਂ, ਲੜਾਈ ਹੋਈ ਹੈ। ਜੀ ਲੜਾਈ ਕਿਸੇ ਕੋ ਦੋ ਦੇਸ਼ਾਂ ਵਿਚਕਾਰ ਨਹੀਂ ਹੋਈ, ਇੱਕ ਪਾਸੇ ਦੀ ਪੁਲਿਸ ਤੇ ਦੂਸਰੇ ਪਾਸੇ ਦੀ ਪੁਲਿਸ ਦੇ ਵਿੱਚੇ ਲੋਕ ਸ਼ਾਮਲ। ਜੀ ਅਸਾਮ ਦੇ ਪੁਲਿਸ ਅਧਿਕਾਰੀ ਕਈ ਮਾਰੇ ਗਏ ਨੇ, ਪੁਲਿਸ ਕਰਮਚਾਰੀ ਮਾਰੇ ਗਏ ਨੇ, ਜੀ ਔਰ ਇਹ ਗੋਲੀ ਚੱਲੀ ਹੈ, ਪੱਥਰ ਮਾਰੇ ਨੇ, ਸਾਰਾ ਕੁਝ ਹੋਇਆ। ਇਸ ਦੀ ਜਾਂਚ ਚੱਲੇਗੀ, ਪਰ ਬਹੁਤ ਹੀ ਮੰਦਭਾਗੀ ਗੱਲ ਹੈ ਜਿਸ ਤੇ ਛੋਟੇ-ਮੋਟੇ ਬਿਆਨ ਆ ਰਹੇ ਨੇ। ਜੀ ਇਸ ਤੇ ਸ਼ਰਮਸਾਰ ਹੋਣ ਨੂੰ ਕੋਈ ਤਿਆਰ ਨਹੀਂ ਹੈ। ਜੀ ਜੇ BJP ਇੰਨੀ ਸਟਰੋਂਗ ਹੈ ਤੇ ਉਹਨਾਂ ਦੇ ਉਹ ਜਿਹੜੇ ਗਰੀਬ ਮਾਰੇ ਗਏ ਨੇ ਜੀ ਕਾਂਸਟੇਬਲ ਲੈਵਲ ਦੇ ਸਿਪਾਹੀ, ਜੀ ਕੌਣ ਜ਼ਿੰਮੇਵਾਰ ਹੈ ਉਹਨਾਂ ਦੀ ਮੌਤ ਦਾ? ਜੀ ਉਹ ਕਿੱਥੋਂ ਪੂਰਤੀ ਕਰਨਗੇ? ਪਰਿਵਾਰਾਂ ਉਹਨਾਂ ਦੇ ਕਿੰਨੇ ਪੈਸੇ ਦੇ ਦਿਓਗੇ ਤੁਸੀਂ? ਜੀ ਤੁਸੀਂ ਇਹ ਬਾਰਡਰ ਭਾਰਤ ਦੇ ਵਿੱਚ ਕੇਂਦਰ ਸਰਕਾਰ ਇੱਕ ਫੈਸਲਾ ਨਹੀਂ ਲੈ ਸਕਦੀ ਜੀ ਕਿ ਖਤਮ ਕਰੋ ਇਸ ਨੂੰ ਭਾਈ, ਜੀ ਕਿਸੇ ਤਰੀਕੇ ਖਤਮ ਕਰੋ। ਵਿਲ ਪਾਵਰ ਦੀ ਤੇ ਨੀਅਤ ਦੀ ਜੀ ਘਾਟ ਹੈ, ਜਿਸ ਕਰਕੇ ਸਾਰਾ ਕੁਝ ਹੋਇਆ। ਮੰਦਭਾਗੀ ਘਟਨਾ, ਇੰਨੇ ਪੁਲਿਸ ਵਾਲਿਆਂ ਦਾ ਜਾਂ ਆਮ ਲੋਕਾਂ ਦਾ ਮਾਰਿਆ ਜਾਣਾ। ਹੁਣ ਤੱਕ ਕਈ ਸੈਂਕੜੇ ਲੋਕ ਜਿਹੜੇ ਨੇ ਇਸੇ ਲੜਾਈ ਦੇ ਕਸ਼ਮਕਸ਼ ਦੇ ਵਿੱਚ, ਬਾਰਡਰ ਡਿਸਪਿਊਟ ਤੇ ਮਿਜ਼ੋਰਮ ਤੇ ਅਸਾਮ ਦੇ ਵਿੱਚ ਮਾਰੇ ਜਾ ਚੁੱਕੇ। ਜੀ ਤੇ ਕੁਲਦੀਪ ਜੀ, ਵਿਚਾਰਾਂ ਤੇ ਚਰਚਾ ਜਾਰੀ ਰੱਖਦੇ ਹਾਂ ਇਸ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਗੱਲ ਸਵਿਸ ਬੈਂਕਾਂ ਨਾਲ ਜੁੜੀ ਕਰਨੀ ਹੈ। ਤੁਹਾਡਾ ਉੱਥੇ ਖਾਤਾ ਤਾਂ ਨਹੀਂ ਹੈਗਾ ਵੈਸੇ? ਨਹੀਂ, ਮੋਦੀ ਸਰਕਾਰ ਜਦੋਂ ਸੱਤਾ 'ਚ ਆਈ ਸੀ ਤਾਂ ਉਸ ਤੋਂ ਪਹਿਲਾਂ ਹੀ ਚੋਣ ਵਾਅਦਾ ਸੀ ਕਿ ਜਿਹੜਾ ਬਾਹਰ ਪੈਸੇ ਜਮ੍ਹਾਂ ਨੇ ਉਹਨੂੰ ਵਾਪਸ ਲਿਆਵਾਂਗੇ, ਪਰ ਹਾਲੇ ਤੱਕ ਕੋਈ ਆਇਆ ਨਹੀਂ ਪੈਸਾ ਲੱਗਦਾ। ਇਹ ਤੁਸੀਂ ਗੱਲ ਕੀਤੀ ਹੈ ਕਿ ਮੇਰਾ ਖਾਤਾ ਨਹੀਂ ਹੈ। ਜੀ ਮੌਨਸੂਨ ਦਾ ਸੀਜ਼ਨ ਹੈ ਜੀ ਤੇ ਇੱਕ ਛੋਟਾ ਜਿਹਾ ਲਤੀਫਾ ਮੈਨੂੰ ਯਾਦ ਆਉਂਦਾ ਹੈ ਜੀ ਕਿ ਬਹੁਤ ਜ਼ਿਆਦਾ ਹੜ੍ਹ ਆ ਗਏ ਜੀ ਤੇ ਇੱਕ ਪਿੰਡ ਦਾ ਬਜ਼ੁਰਗ ਮੀਰ ਉਹ ਬੈਠਾ ਹੋਇਆ ਸੀ। ਜੀ ਸਾਰੇ ਲੋਕ ਹੜ੍ਹ ਜਾ ਗਏ, ਪਾਣੀ ਕਿੰਨਾ ਆ ਗਿਆ ਜੀ ਤੇ ਉਹ ਸਮਾਨ ਚੁੱਕਣ ਲੱਗ ਪਏ ਜੀ ਤੇ ਉਹ ਆਰਾਮ ਨਾਲ ਇੱਕ ਜਗ੍ਹਾ ਬੈਠਾ ਆ ਤੇ ਕਿਸੇ ਨੇ ਆਖਿਆ ਭਾਈ ਤੂੰ ਵੀ ਸਮਾਨ ਚੁੱਕ ਲੈ, ਜੀ ਹੜ੍ਹ ਆ ਰਿਹਾ ਹੈ ਜੀ ਤੇ ਤੂੰ ਵੀ ਆਪਣਾ ਸਮਾਨ ਚੁੱਕ ਤੇ ਚਲੀਏ। ਜੀ
ਉਸ ਦਾ ਜਵਾਬ ਸੀ ਕਿ ਅੱਜ ਹੀ ਤੇ ਗਰੀਬੀ ਦਾ ਸਵਾਦ ਆ, ਜੀ ਨਾ ਕੁਝ ਕੋਲ ਹੈ ਤੇ ਨਾ ਚੁੱਕਣਾ ਪਿਆ। ਜੀ ਸਾਡੀ ਹਾਲਾਤ ਇਹੋ ਹੈ। ਜੀ ਪਰ ਜਿਨ੍ਹਾਂ ਦੇ ਉੱਥੇ ਖਾਤੇ ਨੇ, ਫਿਕਰ ਉਹਨਾਂ ਨੂੰ ਵੀ ਬਹੁਤਾ ਨਹੀਂ। ਜੀ ਸਰਕਾਰ ਨੇ ਵਾਅਦੇ ਤੇ ਵੱਡੇ ਵੱਡੇ ਕੀਤੇ ਸੀ ਜੀ ਤੇ ਬਾਬਾ ਰਾਮਦੇਵ ਵੀ ਕਰ ਬੈਠਾ ਸੀ ਵਾਅਦਾ ਕਿ 15-15 ਲੱਖ ਦੇਖੋ ਜਦੋਂ ਖਾਤਿਆਂ 'ਚ ਤੇ ਫਿਰ ਹੋਵੇਗਾ ਕੀ? ਜੀ ਉਹ 15 ਲੱਖ ਵਾਲੀ ਕੈਲਕੂਲੇਸ਼ਨ ਅਮਿਤ ਸ਼ਾਹ ਨੇ ਫਿਰ ਮੁਕਾ ਦਿੱਤੀ। ਜਦੋਂ ਉਹਨਾਂ ਨੇ ਗੱਲ ਕੀਤੀ ਜੀ ਕਿ ਉਹ ਤੇ ਚੋਣ ਜੁਮਲਾ ਸੀ, ਜੀ ਇਹਨੂੰ ਇੰਨਾ ਸੀਰੀਅਸ ਨਾ ਲਿਆ ਕਰੋ, ਚੋਣ ਜੁਮਲਾ ਸੀ, ਉਹ 15 ਲੱਖ ਵਾਲੀ ਗੱਲ ਥੋੜੀ ਇਸ ਤਰ੍ਹਾਂ ਥੋੜਾ ਹੁੰਦਾ, 15 ਲੱਖ ਥੋੜਾ ਆ ਜਾਂਦਾ। ਜੀ ਪਰ ਮੈਂ ਇਸ ਮੁਆਫੀ ਚਾਹੁੰਦਾ ਦਰਸ਼ਕਾਂ ਤੋਂ। ਉਸ ਤੋਂ ਬਾਅਦ ਇੱਕ ਵਾਰੀ ਸਾਡੇ ਦੇਸ਼ ਦੇ ਵਸਿੰਦੇ ਉਹਨਾਂ ਨੂੰ ਵੋਟਾਂ ਪਾ ਚੁੱਕੇ ਨੇ, ਜੀ ਜਦੋਂ ਦੀ ਉਹਨਾਂ ਨੇ ਗੱਲ ਕੀਤੀ ਸੀ ਕਿ ਜੁਮਲਾ ਸੀ। ਜੀ ਸਵਿਸ ਬੈਂਕਾਂ ਦੇ ਵਿੱਚ ਖਾਤੇ ਤੇ ਹਨ, ਇਸ ਗੱਲ ਦਾ ਤੇ ਕੋਈ ਸ਼ੱਕ ਨਹੀਂ। ਜੀ ਵੱਡੇ ਖਾਤੇ ਨੇ, ਖਾਤਿਆਂ ਵਿੱਚ ਵਾਧਾ ਵੀ ਬਹੁਤ ਹੋਇਆ। ਜੀ ਪਿਛਲੇ 10 ਸਾਲਾਂ ਦੇ ਵਿੱਚ ਕਹਿੰਦੇ ਹਿਸਾਬ ਕਿਤਾਬ ਜਿਹਾ ਲਾਇਆ ਜਾਵੇ ਤੇ 2.55 ਬਿਲੀਅਨ ਸਵਿਸ ਫਰਾਂਕ ਜਿਹੜੀ ਉੱਥੇ ਦੀ ਕਰੰਸੀ ਹੈ, ਜੀ ਇਹਦੀ ਡਿਟੇਲ ਆਈ ਹੈ ਕਿ ਇੰਨੇ ਉੱਥੇ ਹੁਣ ਇੰਨਾ ਹੀ ਰਕਮ ਜਿਹੜੀ ਹੈ ਪਿਛਲੇ 10 ਸਾਲਾਂ ਜਮ੍ਹਾਂ ਹੋਈ ਹੈ। ਜੀ 20,700 ਕਰੋੜ ਭਾਰਤੀ ਰੁਪਏ ਦੀ ਇਹ ਕੀਮਤ ਬਣਦੀ ਹੈ। ਜੀ ਤੇ 13 ਸਾਲਾਂ ਵਿੱਚ ਸਭ ਤੋਂ ਵਧਿਆ, ਇਸ ਵੇਲੇ ਸਭ ਤੋਂ ਹਾਈਐਸਟ ਪੁਆਇੰਟ ਤੇ ਆ। ਜੀ ਤੇ 2019 ਤੋਂ ਬਾਅਦ ਪਿਛਲੇ 2 ਸਾਲਾਂ ਦੇ ਵਿੱਚ, ਬਲਕਿ 1.5 ਸਾਲ ਦੇ ਵਿੱਚ, ਇਸ ਵਿੱਚ 183% ਦਾ ਵਾਧਾ ਹੋਇਆ। ਜੀ ਹੈਰਾਨ ਕਰਨ ਵਾਲੇ ਅੰਕੜੇ ਤੇ ਨੇ। 6625 ਕਰੋੜ ਇਸ ਦੇ ਵਿੱਚ ਹੋਰ ਜੁੜ ਗਏ ਨੇ। ਜੀ ਹੈਰਾਨ ਕਰਨ ਵਾਲੇ ਅੰਕੜੇ ਨੇ। ਜੀ ਹੁਣ ਸਰਕਾਰ ਨੇ ਕਿਹਾ ਕਿ ਅਸੀਂ ਕੋਈ ਜਵਾਬਦੇਹੀ ਬਣਾਵਾਂਗੇ ਇਸ ਦੀ। ਜੀ ਇਹ ਅੰਕੜੇ ਤੇ ਕੋਈ ਦਿਨ ਪਹਿਲਾਂ ਆ ਗਏ। ਜੀ ਸਰਕਾਰ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਰਿਕੁਐਸਟ ਭੇਜੀ ਹੈ ਕਿ ਸਾਨੂੰ ਦੱਸੋ ਇੱਥੇ ਕਿਹਦਾ ਕਿਹਦਾ ਕੀ ਹੈ। ਜੀ ਪਾਰਲੀਮੈਂਟ ਦੇ ਵਿੱਚ ਸਰਕਾਰ ਨੇ ਕਹਿ ਦਿੱਤਾ, ਮਿਨਿਸਟਰੀ ਆਫ ਫਾਈਨਾਂਸ ਦੇ ਸਾਡੇ ਜਿਹੜੇ ਸਟੇਟ ਮਿਨਿਸਟਰ ਨੇ, ਜੀ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ, ਸਾਡੇ ਕੋਲ ਕੋਈ ਜਾਣਕਾਰੀ ਨਹੀਂ ਕਿ ਕਿਹਦਾ ਕਿੰਨਾ ਕਾਲਾ ਧਨ ਹੈ, ਚਿੱਟਾ ਹੈ, ਸਾਡੇ ਕੋਲ ਕੋਈ ਜਾਣਕਾਰੀ ਨਹੀਂ, ਸਾਨੂੰ ਅੱਜ ਤੱਕ ਉੱਥੋਂ ਕੋਈ ਇਨਫੋਰਮੇਸ਼ਨ ਨਹੀਂ ਮਿਲੀ। ਜੀ ਜਵਾਬ ਦੇ ਦਿੱਤਾ ਉਹਨਾਂ ਨੇ। ਇਸ ਦੇ ਜਵਾਬ ਦੇ ਵਿੱਚ 4-5 ਪੁਆਇੰਟ ਗਿਣਾ ਦਿੱਤੇ, ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਦੇਖੋ ਇੱਕ ਜਾਂਚ ਕਮੇਟੀ ਬਣਾਈ ਹੈ, ਅਸੀਂ ਇਸ ਦੇ ਪ੍ਰਤੀ ਜੇ ਕੋਈ ਸਾਨੂੰ ਕੋਈ ਲੱਗਦਾ ਹੈ ਤੇ ਉੱਥੇ ਕੋਈ ਹੋਵੇਗਾ ਕਿਸੇ ਦਾ ਕਾਲਾ ਧਨ ਤੇ ਅਸੀਂ ਉਹਦੀ ਜਾਂਚ ਕਰ ਸਕਦੇ ਹਾਂ। ਜੀ ਕਿ ਅਸੀਂ ਕੋਈ ਹੋਰ ਇਨਕਮ ਟੈਕਸ ਦਾ ਐਕਟ ਜਿਹੜਾ ਹੈ ਉਸ ਦੇ ਵਿੱਚ ਸੋਧਾਂ ਕੀਤੀਆਂ ਨੇ ਤਾਂ ਕਿ ਜਿਹੜਾ ਬਾਹਰ ਪੈਸਾ ਜਾ ਰਿਹਾ ਸਾਨੂੰ ਉਸ ਦਾ ਕੋਈ ਹਿਸਾਬ ਲੱਗ ਸਕੇ। ਜੀ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਜਿਹੜੀਆਂ ਸੀ ਕਿਤਾਬੀ ਜਿਹੀਆਂ, ਦਫ਼ਤਰੀ ਜਿਹੀਆਂ ਗੱਲਾਂ ਜਿਹੜੀਆਂ ਸੀ ਕਰਕੇ ਜਵਾਬ ਦੇ ਦਿੱਤਾ ਹੈ। ਸਰਕਾਰ ਦੇ ਹੱਥ ਖੜੇ ਨੇ। ਸਵਿਸ ਬੈਂਕਾਂ ਦੇ ਵਿੱਚ ਕਿੰਨਾ ਪੈਸਾ ਹੈ, ਕਿਹਦਾ ਹੈ, ਸਰਕਾਰ ਇਸ ਬਾਰੇ ਕੋਈ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਤੇ ਜਾਂ ਵਾਕਿਆ ਹੀ ਸਰਕਾਰ ਦੇ ਕੋਲ ਜਾਣਕਾਰੀ ਨਹੀਂ ਹੈ। ਜੀ ਮਿਨਿਸਟਰ ਸਾਹਿਬ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਸਾਨੂੰ ਪੂਰੀ ਜਾਣਕਾਰੀ ਦਿਆ ਕਰਨਗੇ। ਜੀ ਹੁਣ ਪੈਸਾ ਇੰਨਾ ਜ਼ਿਆਦਾ ਵਧਣਾ, 2019 ਦਾ ਅਖੀਰ ਤੇ 2020 ਦੀ ਸ਼ੁਰੂਆਤ ਦੇ ਵਿੱਚ ਕਰੋਨਾ ਮਹਾਮਾਰੀ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਜੀ ਤੇ ਇੰਨਾ ਜ਼ਿਆਦਾ ਪੈਸਾ ਉਸ ਤੋਂ ਬਾਅਦ ਬਾਹਰ ਜਾਣਾ। ਪਿਛਲੇ ਸਾਲ ਤਾਂ ਇਹ ਵੀ ਖਬਰ ਆਈ ਸੀ ਕਿ ਭਾਰਤ ਤੋਂ ਕਰੋੜਪਤੀ ਲੋਕ, ਜਿਹੜੇ ਅਰਬਾਂਪਤੀ ਲੋਕ ਨੇ, ਉਹਨਾਂ ਦੀ ਬਾਹਰ ਜਾਣ ਦੀ ਗਿਣਤੀ ਦੇ ਵਿੱਚ, ਬਾਹਰਲੇ ਦੇਸ਼ਾਂ ਦੇ ਵਿੱਚ ਪੱਕੇ ਵਸਿੰਦੇ ਹੋਣ ਲਈ ਜੋ ਅਰਜ਼ੀਆਂ ਪਾਈ ਜਾਣ ਦੀ ਗਿਣਤੀ ਹੈ, ਉਹ ਕਿੰਨੇ ਫੀਸਦੀ ਵੱਧ ਗਈ ਹੈ? ਜੀ ਕਿ ਉਹ ਇਨਸਿਕਿਉਰ ਫੀਲ ਕਰ ਰਹੇ ਨੇ ਜਾਂ ਕੋਈ ਹੋਰ ਗੱਲ ਹੈ? ਜੀ ਪੈਸਾ ਇੰਨਾ ਕਿਉਂ ਜਾ ਰਿਹਾ? ਸਰਕਾਰ ਰੋਕ ਕਿਉਂ ਨਹੀਂ ਸਕਦੀ? ਜੀ ਸਰਕਾਰ ਤੇ ਹੁਣ ਇਸ ਗੱਲ ਨੂੰ ਤੇ ਮੰਨਦੀ ਹੈ ਸਰਕਾਰ ਕਿ ਆਰਥਿਕ ਸਥਿਤੀ ਡਾਮਾਡੋਲ ਹੈ ਤੇ ਇਕਨੋਮੀ ਥੱਲੇ ਨੂੰ ਜਾ ਰਹੀ ਹੈ। ਜੀ ਇਕਨੋਮੀ ਬਹੁਤ ਕਮਜ਼ੋਰ ਹੈ ਜੀ ਤੇ ਮਾਇਆ ਦੀ ਬਹੁਤ ਲੋੜ ਹੈ। ਜੀ ਤੇ ਕੁਝ ਮਾਹਿਰਾਂ ਨੇ ਸਰਕਾਰ ਨੂੰ ਸਲਾਹ ਦੇ ਦਿੱਤੀ ਸੀ ਕਿ ਪਹਿਲਾਂ ਵੀ ਸਰਕਾਰਾਂ ਇਸ ਤਰ੍ਹਾਂ ਕਰਦੀਆਂ ਆਈਆਂ ਨੇ, ਤੁਸੀਂ ਵੀ ਕੁਝ ਨਵੇਂ ਨੋਟ ਛਾਪ ਲਓ ਜਿਸ ਨਾਲ ਆਰਥਿਕਤਾ ਨੂੰ ਚੰਗਾ ਹੁੰਗਾਰਾ ਮਿਲੇਗਾ। ਜੀ ਪਰ ਉਹ ਸਾਡੀ ਵਿੱਤ ਮੰਤਰੀ ਸੀਤਾਰਮਨ ਨੇ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਨੋਟ ਛਾਪਣ ਦੀ ਲੋੜ ਨਹੀਂ, ਜੀ ਅਸੀਂ ਨੋਟ ਨਹੀਂ ਛਾਪਣੇ ਹੋਰ, ਪਰ ਸਾਡੇ ਕੋਲ ਇਕਨੋਮੀ ਹੌਲੀ ਹੌਲੀ ਇੰਪਰੂਵ ਕਰ ਰਹੀ ਹੈ ਤੇ ਉਹਦੇ ਤੇ ਸਾਨੂੰ ਯਕੀਨ ਕਰ ਲੈਣਾ ਚਾਹੀਦਾ। ਸਵਿਸ ਬੈਂਕਾਂ ਵਾਲਾ ਪੈਸਾ ਕਦੋਂ ਆਵੇਗਾ ਕਦੋਂ ਨਹੀਂ ਆਵੇਗਾ, 2-3 ਬੰਦੇ ਤੇ ਪਹਿਲੇ ਹੱਥ ਖੜੇ ਉਹਨਾਂ ਨੇ ਕੀਤੇ ਹੋਏ ਸੀ ਜੀ ਤੇ ਹੁਣ ਪਾਰਲੀਮੈਂਟ ਵਿੱਚ ਵੀ ਖੜੇ ਹੋ ਗਏ ਨੇ ਤੇ ਉਹ ਚੈਪਟਰ ਹੁਣ ਸਾਨੂੰ ਬੰਦ ਕਰ ਦੇਣਾ ਚਾਹੀਦਾ। ਮਤਲਬ 15 ਲੱਖ ਦੀ ਉਡੀਕ ਨਹੀਂ ਕਰਨੀ ਚਾਹੀਦੀ। 15 ਲੱਖ ਤੋਂ 5 ਰੁਪਈਆਂ ਦੀ ਉਡੀਕ ਨਾ। ਤੇ ਇਸ ਵੇਲੇ ਚਲਦੇ ਗੁਆਂਢੀ ਮੁਲਕਾਂ ਦੀ ਗੱਲ ਨਾ ਕੀਤੀ ਤੇ ਗੱਲ ਅਧੂਰੀ ਜੀ ਲੱਗੇਗੀ। ਜੀ ਅਫਗਾਨਿਸਤਾਨ ਦੇ ਵਿੱਚ ਇਸ ਵੇਲੇ ਜੋ ਚੱਲ ਰਿਹਾ ਹੈ ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾ ਦਿਓ। ਅਫਗਾਨਿਸਤਾਨ ਦੇ ਵਿੱਚ ਦਾਨਿਸ਼ ਸਿੱਦੀਕੀ ਸਾਡੇ ਪੱਤਰਕਾਰ ਰਾਇਟਰਸ ਦੇ ਭਾਰਤੀ ਪੱਤਰਕਾਰ ਸਨ, ਉਹ ਮਾਰੇ ਗਏ। ਜੀ ਉਹਨਾਂ ਨੇ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਜਿਹੜੇ ਝੰਡੇ ਗੱਡੇ ਨੇ ਕਿਸੇ ਤੋਂ ਲੁਕੇ ਛਿਪੇ ਨਹੀਂ। ਜੀ ਪੱਤਰਕਾਰ ਭਾਈਚਾਰੇ ਨੇ ਉਹਨਾਂ ਨੂੰ ਕੌਮਬੈਟ ਵਿੱਚ ਮਾਰੇ ਗਏ, ਲੜਾਈ ਦੇ ਦੌਰਾਨ ਮਾਰੇ ਗਏ ਸ਼ਹੀਦ ਦਾ ਦਰਜਾ ਦਿੱਤਾ। ਜੀ ਦਾਨਿਸ਼ ਸਿੱਦੀਕੀ ਨੇ ਉਹਨਾਂ ਕੋਲ ਇੰਨਾ ਵੱਡਾ ਵਕਾਰੀ ਪੁਰਸਕਾਰ ਹੋਵੇ ਜੀ
ਲੜਾਈ ਜਿੱਥੋਂ ਲੋਕ ਭੱਜਦੇ ਨੇ ਜੀ ਤੇ ਸਰਕਾਰਾਂ ਨੂੰ ਬੇਨਤੀਆਂ ਕਰਦੇ ਨੇ ਕਿ ਸਾਨੂੰ ਕੱਢ ਲਓ ਇੱਥੋਂ, ਉਧਰ ਨੂੰ ਜਾ ਰਹੇ ਨੇ, ਭੱਜੇ ਜਾਂਦੇ ਨੇ ਕਿ ਮੈਂ ਰਿਪੋਰਟ ਕੋ ਦੇਵਾਂ, ਜੀ ਕੋ ਅਸਲੀਅਤ ਬਿਆਨ ਕਰਾਂ। ਜੀ ਗੋਲੀਆਂ ਲੱਗਣ ਨਾਲ ਉਹਨਾਂ ਦੀ ਮੌਤ ਹੋਈ ਹੈ ਜਾਂ ਕਿਸ ਤਰੀਕੇ ਨਾਲ ਹੋਈ ਹੈ, ਇਹ ਤਾਂ ਹੁਣ ਉੱਥੇ ਦੇ ਅਧਿਕਾਰੀ ਜਾਣਦੇ ਨੇ ਜਾਂ ਭਾਰਤ ਸਰਕਾਰ ਜਾਣਦੀ ਹੈ ਜਾਂ ਪਰਿਵਾਰ ਵਾਲੇ ਜਾਣਦੇ ਹੋਣਗੇ ਜਿਨ੍ਹਾਂ ਨੇ ਉਸ ਦਾ ਸਾਰੇ ਅੰਤਮ ਰਸਮਾਂ ਕੀਤੀਆਂ ਨੇ। ਜੀ ਤਾਲਿਬਾਨ ਨੇ ਪਹਿਲਾਂ ਕਹਿ ਦਿੱਤਾ ਸੀ ਕਿ ਦੇਖੋ ਇਹ ਗਲਤੀ ਹੈ, ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਜੀ ਹੁਣ ਤਾਲਿਬਾਨ ਦੇ ਪੈਂਤੜੇ ਥੋੜ੍ਹੇ ਜਿਹੇ ਬਦਲ ਗਏ ਨੇ। ਜੀ ਇੱਕ ਤਾਂ ਇਹ ਕਿ ਅਫਗਾਨਿਸਤਾਨ ਦੇ ਵਿੱਚ ਸਥਿਤੀ ਬਹੁਤ ਡਾਮਾਡੋਲ ਹੈ, ਇਸ ਗੱਲ ਪ੍ਰਤੀ ਸ਼ੱਕ ਹੀ ਕੋਈ ਨਹੀਂ। ਜੀ ਅਮਰੀਕਾ ਉੱਥੋਂ ਆਪਣੇ ਫੌਜੀ ਕੱਢ ਚੁੱਕਾ ਹੈ, ਇੱਕੋ ਇਲਾਕੇ ਦੇ ਵਿੱਚ ਥੋੜ੍ਹੇ ਜਿਹੇ ਫੌਜੀ ਮੌਜੂਦ ਨੇ। ਹਾਂ, ਇਹ ਕਹਿ ਦਿੱਤਾ ਹੈ ਕਿ ਹਵਾਈ ਛੁਰਲੀਆਂ ਚਲਾਉਣ ਦੀ ਕਿਤੇ ਲੋੜ ਪਈ ਤੇ ਜ਼ਰੂਰ ਚਲਾਵਾਂਗੇ। ਜੀ ਹਵਾਈ ਫੌਜ ਸਾਡੀ ਤਿਆਰ ਹੈ, ਭਾਵ ਉੱਪਰੋਂ ਹਵਾ 'ਚੋਂ ਅਸੀਂ ਕਿਸੇ ਤੇ ਹਮਲਾ ਕਰਨਾ ਹੋਵੇਗਾ ਤਾਂ ਕਰ ਦੇਵਾਂਗੇ ਜੀ ਤੇ ਇਸ ਤੋਂ ਬਾਅਦ ਅਸੀਂ ਕੁਝ ਨਹੀਂ ਕਰ ਸਕਦੇ। ਜੀ ਆਪਣੇ ਕੁਝ ਥਾਂ ਉਹਨੇ ਖਾਸ ਰੱਖੇ ਹੋਏ ਨੇ, ਜੇ ਲੋੜ ਪਈ ਤੇ ਉਹਨਾਂ ਨੂੰ ਰੱਖ ਲਵਾਂਗੇ, ਨਹੀਂ ਤੇ ਚੁੱਕ ਕੇ ਲੈ ਜਾਵਾਂਗੇ ਜਾਂ ਉਡਾ ਦੇਵਾਂਗੇ। ਖਤਮ ਕਰਤੇ ਨੇ, ਨਸ਼ਟ ਕਰ ਦਿੱਤੇ ਨੇ ਕਈ ਟਿਕਾਣੇ ਉਹਨਾਂ ਨੇ ਖੁਦ ਹੀ। ਜੀ ਤੇ ਤਾਲਿਬਾਨ ਅੱਗੇ ਵੱਧਦਾ ਜਾ ਰਿਹਾ ਹੈ, ਰੌਲਾ ਰੱਪਾ ਸਾਰੀ ਦੁਨੀਆ ਵਿੱਚ ਪੈ ਰਿਹਾ ਹੈ, ਸ਼ਰੀਅਤ ਦਾ ਬਹੁਤ ਸਖਤ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ। ਜੀ ਜਦ ਕਿ ਇੱਕ ਹੋਰ ਬੜੇ ਦਿਲ ਕਮਾ ਦੇਣ ਵਾਲੇ ਉੱਥੋਂ ਆંકੜੇ ਸਾਹਮਣੇ ਆਏ ਨੇ ਕਿ ਪਿਛਲੇ 1.5 ਮਹੀਨੇ ਦੇ ਵਿੱਚ ਜੋ ਸਿਵਲੀਅਨ ਲੋਕਾਂ ਦੀਆਂ, ਆਮ ਲੋਕਾਂ ਦੀਆਂ ਮੌਤਾਂ ਦੀ ਗਿਣਤੀ ਹੈ, ਉਸ ਵਿੱਚ 50% ਦੇ ਲਾਗੇ ਛਾਗੇ ਵਾਧਾ ਹੋ ਗਿਆ। ਜੀ ਕੋਈ ਗਿਣਤੀ ਨਹੀਂ, ਬਹੁਤੇ ਜਗ੍ਹਾ ਤੇ ਉਹੀ ਕੰਮ ਉੱਥੇ ਚੱਲ ਪਿਆ ਜੋ ਅੱਜ ਤੋਂ 20 ਸਾਲ ਪਹਿਲਾਂ ਉੱਥੇ ਹੁੰਦਾ ਸੀ। ਜੀ ਸੋ ਤਾਲਿਬਾਨ ਕਾਬਜ਼ ਹੋ ਰਿਹਾ ਮੁਲਕ ਤੇ, ਸਰਕਾਰ ਡਾਵਾਡੋਲ ਹੈ, ਜੀ ਪੈਰ ਪਿਛਾਂ ਖਿੱਚ ਰਹੇ ਨੇ। ਭਾਰਤ ਸਰਕਾਰ ਵੀ ਉੱਥੋਂ ਹੌਲੀ ਹੌਲੀ ਆਪਣੇ ਨਾਗਰਿਕਾਂ ਨੂੰ ਪਿਛਾਂ ਖਿੱਚਣ ਦਾ ਕੰਮ ਕਰ ਰਹੀ ਹੈ, ਜੀ ਪਰ ਭਾਰਤ ਦੀ ਇੰਨੀ ਜ਼ਿਆਦਾ ਵਿਰੋਧਤਾ ਨਹੀਂ ਆ ਉੱਥੇ ਜਿੰਨੀ ਇਸ ਵੇਲੇ ਪਾਕਿਸਤਾਨ ਦੀ ਤੇ ਜਾਂ ਹੋਰਨਾਂ ਮੁਲਕਾਂ ਦੀ ਹੈ। ਜੀ ਤਾਲਿਬਾਨ ਜਿਉਂ-ਜਿਉਂ ਅੱਗੇ ਪੈਰ ਪਸਾਰੇਗਾ, ਪਾਕਿਸਤਾਨ ਦੀ ਇਨਵੋਲਵਮੈਂਟ ਉੱਥੇ ਜ਼ਿਆਦਾ ਵਧੇਗੀ ਤੇ ਫਿਰ ਹਾਲਾਤ ਹੋਰ ਵਿਗੜਨਗੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਦੁਨੀਆ ਦੇ ਸਾਰੇ ਮਾਹਿਰ ਇਹ ਗੱਲ ਕਰ ਰਹੇ ਨੇ। ਜੀ ਦਾਨਿਸ਼ ਸਦੀਕੀ ਬਾਰੇ ਤਾਲਿਬਾਨ ਹੁਣ ਇਹ ਕਹਿੰਦਾ ਕਿ ਉਹ ਠੀਕ ਹੈ, ਉਸਦੀ ਗੋਲੀ ਨਾਲ ਮੌਤ ਹੋਈ ਹੈ, ਉਸ ਦੀ ਲਾਸ਼ ਉੱਥੇ ਪਈ ਸੀ, ਅਸੀਂ ਪਹਿਲਾਂ ਉਸ ਨੂੰ ਪਛਾਣਿਆ ਨਹੀਂ, ਫਿਰ ਅਸੀਂ ਜਦੋਂ ਦੇਖਿਆ ਉਸ ਦੀ ਲਾਸ਼ ਦੀ ਕੋਈ ਬੇਹੁਰਮਤੀ ਨਹੀਂ ਕੀਤੀ ਗਈ। ਇਸ ਤਰ੍ਹਾਂ ਦੀਆਂ ਗੱਲਾਂ ਜਿਵੇਂ ਕੀਤੀਆਂ ਉਹਨਾਂ ਨੇ, ਬੜਾ ਅਨਪ੍ਰੋਫੈਸ਼ਨਲ ਜਿਹਾ ਉਹਨਾਂ ਦਾ ਅਪਰੋਚ ਜਿਹੜੀ ਜਿਵੇਂ ਉਹਨਾਂ ਦੇ ਪਿਛਲੇ ਸਾਲਾਂ ਵਿੱਚ ਵੇਖਣ ਨੂੰ ਮਿਲੀ ਹੈ, ਉਸੇ ਤਰ੍ਹਾਂ ਦਾ ਰਵੱਈਆ ਉਹਨਾਂ ਦਾ ਵੇਖਣ ਨੂੰ ਮਿਲਿਆ। ਤੇ ਉਹਨਾਂ ਨੇ ਕਿਹਾ ਕਿ ਅਸੀਂ ਮਾਫੀ ਕੋਈ ਨਹੀਂ ਮੰਗਣੀ, ਸਾਡੀ ਗੋਲੀ ਨਾਲ ਉਸ ਦੀ ਦਾਨਿਸ਼ ਸਦੀਕੀ ਦੀ ਮੌਤ ਨਹੀਂ ਹੋਈ। ਸੋ ਇਸ ਤਰ੍ਹਾਂ ਦੇ ਹਾਲਾਤ ਨੇ ਅਫਗਾਨਿਸਤਾਨ ਵਿੱਚ। ਸੋ ਇਹ ਇੱਕ ਸਾਰਿਆਂ ਨੂੰ ਹੁਣ ਉੱਥੇ ਸੋਚ ਸਮਝ ਕੇ ਜਿਹੜੇ ਕਦਮ ਜਿਹੜੇ ਨੇ ਚੁੱਕਣੇ ਪੈਣਗੇ। ਤੇ ਕੁਲਦੀਪ ਜੀ, ਇਸ ਵੇਲੇ ਸਮਾਂ ਖਤਮ ਹੋ ਗਿਆ ਪ੍ਰੋਗਰਾਮ ਦਾ। ਤੁਸੀਂ ਇਸ ਪ੍ਰੋਗਰਾਮ 'ਚ ਆਏ, ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਅੱਜ ਦੇ ਵਿਚਾਰ ਚਰਚਾ ਦੇ ਇਹ ਅੰਕ ਨਾਲ ਜੁੜਨ ਲਈ। ਨਵੇਂ ਮੁੱਦਿਆਂ ਨਾਲ ਫੇਰ ਤੋਂ ਲੈ ਕੇ ਹਾਜ਼ਰ ਹੋਵਾਂਗੇ। ਇਹੀ ਪ੍ਰੋਗਰਾਮ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।